दोहरा अपर बारता कुछ कहो, राम कोएर की फेर। सो सतगुर की कथा कहो, जानत जिम च हीर। वाहिगुरु जी का खालसा, वाहिगुरु जी की फतेह। परम सत्कार ते सन्मानयोग गुरु स्वरूप गुरु खालसा साध संगत जीओ, धनता दे पात्र हो। अमृत वेले तो गुरु चरना विच हाजरियां भर के, संध्या दे दीवाना विच गुरु चरना च हाजरियां भर के महाराज जी दीयां खुशियां प्राप्त कर रहे जगत गुरु श्री गुरु तेग बहादुर साहब जी महाराज जी दे पावन पवित्र इतिहासक स्थान ते नतमस्तक हो रहे हो। तेग बहादुर सिमरिया घर नौ निध आवे धाए, सब थाई होए सहाय। सतगुरु कलगीधर पंथ दे वाली श्री गुरु गोबिंद सिंह साहब जी महाराज जी दे इतिहास दे चल रही लड़ीवार कथा बहुत ही अदब सत्कार ते शरदा सहित आप जी सरवण कर रहे। कथा निता प्रतहोत है, सुनहो सिंह सुजान। नानक गुरु गोबिंद सिंह जी सदा करे कल्याण। कलगीधर पंथ दे वाली सतगुरां दी ब्रह्म ज्ञानी भाई राम कोयर साहब जी नाल विचार हुई है, चर्चा हुई है। कड़ा प्रसाद दियां देगां तैयार करवा के फौजी कवायद अनुसार सतगुरु जी ने कड़ा प्रसाद दियां देगां लुटाइयां हन। कुछ वचन भाई राम कोयर साहब नाल होए ने, क्योंकि भाई राम कोयर जी दे नाल जो आई हुई संगत सी, उन्होंने गुरु पातशाह दे हुक्म की पालना नहीं सी कीती। उस संबंधी महाराज जी ने उन्होंने दे नाल उस संगत दे नाल बचन कीते कि तुहाडा मन करदा सी कड़ा प्रसाद दी दे छकण नूं, पर तुसी भाई राम कोयर जी दी लाज रख के बैठे रहे, नेत्र मुंद के। ये तुसी वड्डा पखंड कीता ते जिथे पखंड हुंदा उत्थे कलयुग आ जांदा है। ये तुहाडे लई योग नहीं सी। तुहाडा करतव्य बनदा सी गुरु ने हुक्म कीता ते गुरु दे हुक्म दी पालना करनी। ये कथा आप जी ने कल दे प्रसंग च सरवण कीती है। भाई साहब भाई राम कोयर साहब जी का कुछ होर प्रसंग जो आप खुद भाई राम कोयर साहब जी ने संगत नूं सुनाया है। आओ मन विरतियां एकाग्र करके सरवण करिए। वह प्रगट्यो मर्द अगमड़ा, वरियाम अकेला। वाहो वाहो गोबिंद सिंह आपे गुर चेला। श्री गुरु गोबिंद सिंह साहिब जी दे पवित्र चरनां विच अपनियां हाजरियां लवाउंदियां अपनी रसना नूं पवित्र करदिआं आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा अपर बारता कुछ कहो, राम कोयर की फेर। महाकवि कविराज भाई साहब भाई संतोख सिंह जी चूड़ामणी जी कहते मैं कुछ होर वारता
ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਰਾਮ ਕੋਇਰ ਸਾਹਿਬ ਜੀ ਦੀ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ। ਸੋ ਸਤਿਗੁਰ ਕੀ ਕਥਾ ਕਹੋ, ਜਾਣਤ ਜਿਮ ਚਖ ਹੀਰ। ਉਹ ਭਾਈ ਰਾਮ ਕੋਇਰ ਜੀ ਜਿਨ੍ਹਾਂ ਨੇ ਸਤਿਗੁਰਾਂ ਦੀ ਇਹ ਸਾਰੀ ਕਥਾ ਸੁਣਾਈ ਹੈ, ਕਿਉਂਕਿ ਉਹਨਾਂ ਨੇ ਖੁਦ ਆਪਣੀਆਂ ਅੱਖਾਂ ਨਾਲ ਵੇਖਿਆ ਕਲਗੀਧਰ ਜੀ ਦੇ ਪਾਸ ਰਹਿ ਕੇ। ਸਾਰਾ ਇਤਿਹਾਸ ਉਹਨਾਂ ਦੇ ਨੇਤਰਾਂ ਦੇ ਸਾਹਮਣੇ ਗੁਜ਼ਰਿਆ ਹੈ। ਉਹਨਾਂ ਨੇ ਇਹ ਸਾਰਾ ਇਤਿਹਾਸ ਇਹ ਕਥਾ ਸਰਵਣ ਕਰਾਈ ਹੈ। ਐਸੇ ਪਰਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ ਦਾ ਪ੍ਰਸੰਗ ਆਪ ਜੀ ਨੂੰ ਸਰਵਣ ਕਰਾਉਂਦੇ ਹਾਂ। ਚੌਪਈ। ਸ਼੍ਰੀ ਗੁਰੂ ਗੋਬਿੰਦ ਸਿੰਘ ਸੁਜਾਨਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜੋ ਸਭ ਦਿਆਂ ਦਿਲਾਂ ਦੀਆਂ ਜਾਣਨ ਵਾਲੇ, ਜਾਣੀ ਜਾਣ ਅੰਤਰਯਾਮੀ ਹਨ। ਜਗ ਤਾਰਨ ਸਿੱਖਨ ਅਗਹਾਨਾ। ਜਗਤ ਦੇ ਜੀਵਾਂ ਦਾ ਉਧਾਰ ਕਰਨ ਵਾਲੇ ਨੇ ਔਰ ਪਾਪਾਂ ਦਾ ਨਾਸ਼ ਕਰਨ ਵਾਲੇ ਨੇ ਕਲਗੀਧਰ। ਤਿਨ ਕੇ ਨਿਕਟ ਰਹੇ ਸੁਖ ਮਾਨੀ। ਭਾਈ ਰਾਮ ਕੋਇਰ ਸਾਹਿਬ ਜੀ ਸਤਿਗੁਰਾਂ ਦੇ ਕੋਲ ਹੀ ਰਹੇ। ਜਦੋਂ ਆਏ ਨਾ ਮਾਤਾ ਗੁਜਰੀ ਜੀ ਨੂੰ ਦਰਸ਼ਨ ਦੇਣ ਲਈ, ਦਰਸ਼ਨ ਕਰਨ ਲਈ, ਉਸ ਦਿਨ ਤੋਂ ਬਾਅਦ ਫਿਰ ਮਹਾਰਾਜ ਜੀ ਦੇ ਪਾਸ ਹੀ ਭਾਈ ਰਾਮ ਕੋਇਰ ਸਾਹਿਬ ਜੀ ਰਹੇ ਔਰ ਸਤਿਗੁਰਾਂ ਦੇ ਦਰਸ਼ਨਾਂ ਦਾ ਸੁਖ ਮਾਣਦੇ ਰਹੇ। ਦਰਸ਼ਨ ਦਰਸੇ ਸ਼ੁਭ ਮਤ ਗਿਆਨੀ। ਕਲਗੀਧਰ ਜੀ ਦੇ ਦਰਸ਼ਨ ਪਰਸਦੇ ਨੇ ਐਸੀ ਸ਼ੁਭ ਮਤ ਦੇ ਧਾਰਨੀ ਜੋ ਪਰਮ ਵਿਦਵਾਨ ਤੇ ਪਰਮ ਗਿਆਨੀ ਹਨ। ਗੁਰ ਪਾਣਾ ਜਿਨ ਕੇ ਮਨ ਭਾਵੈ। ਐਸੇ ਭਾਈ ਰਾਮ ਕੋਇਰ ਜੀ ਜਿਨ੍ਹਾਂ ਦੇ ਮਨ ਨੂੰ ਸਤਿਗੁਰਾਂ ਦਾ ਭਾਣਾ ਭਾਉਂਦਾ ਹੈ, ਸਤਿਗੁਰਾਂ ਦੀ ਰਜ਼ਾ ਜਿਨ੍ਹਾਂ ਦੇ ਮਨ ਨੂੰ ਭਾਉਂਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ, ਖਸਮੈ ਸੋਈ ਭਾਵਦਾ, ਖਸਮੈ ਦਾ ਜਿਸ ਭਾਣਾ ਭਾਵੈ। ਜਿਹਨੂੰ ਆਪਣੇ ਮਾਲਕ ਦਾ ਭਾਣਾ ਭਾਉਂਦਾ ਉਹ ਖਸਮ ਨੂੰ ਭਾਉਂਦਾ। ਭਾਈ ਸਾਹਿਬ ਭਾਈ ਰਾਮ ਕੋਇਰ ਸਾਹਿਬ ਜੀ ਦੇ ਮਨ ਨੂੰ ਸਤਿਗੁਰਾਂ ਦਾ ਭਾਣਾ ਭਾਉਂਦਾ ਹੈ। ਆਟੋ ਜਾਮ ਏਕ ਲਿਵ ਲਾਵੇ। ਅੱਠੇ ਪੈਰ ਇੱਕ ਸਤਿਗੁਰਾਂ ਦੇ ਚਰਨਾਂ ਵਿੱਚ ਭਾਈ ਰਾਮ ਕੋਇਰ ਸਾਹਿਬ ਜੀ ਦੀ ਲਿਵ ਧਿਆਨ ਜੁੜਿਆ ਰਹਿੰਦਾ ਹੈ। ਅੱਠੇ ਪੈਰ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਚਿੰਤਨ 'ਚ ਜੁੜੇ ਰਹਿੰਦੇ ਹਨ। ਗੁਰ ਪਗ ਪੰਕਜ ਪ੍ਰੇਮ ਅਪਾਰਾ। ਸਤਿਗੁਰੂ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਬੜਾ ਭਾਰੀ ਪ੍ਰੇਮ, ਗੁਰੂ ਚਰਨ ਕਮਲਾਂ ਦੀ ਬੜੀ ਵੱਡੀ ਭਾਰੀ ਪ੍ਰੀਤ ਭਾਈ ਸਾਹਿਬ ਜੀ ਦੇ ਹਿਰਦੇ 'ਚ ਵਸਦੀ ਹੈ। ਦੁਨੀਆਂ ਦੀਆਂ ਜਿੰਨੀਆਂ ਪ੍ਰੀਤਾਂ ਨੇ ਗੁਰੂ ਖਾਲਸਾ ਜੀ, ਸਭ ਤੋਂ ਵੱਡੀ ਪ੍ਰੀਤ ਗੁਰੂ ਦੀ ਪ੍ਰੀਤ ਹੈ। ਪਾਤਸ਼ਾਹ ਦੇ ਬਚਨ ਨੇ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲ ਨਾ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲ ਨਾ। ਦੁਨੀਆਂ ਦੀਆਂ ਜਿੰਨੀਆਂ ਪ੍ਰੀਤਾਂ ਨੇ ਉਹਨਾਂ ਪ੍ਰੀਤਾਂ ਵਿੱਚੋਂ ਗੁਰੀਆ ਸਭ ਤੋਂ ਵੱਡੀ ਪ੍ਰੀਤ, ਗੁਰੀਆ ਦਾ ਮਤਲਬ ਵੱਡੀ ਪ੍ਰੀਤ, ਉਹ ਮੋਹਨ ਦੀ ਪ੍ਰੀਤ ਹੈ, ਸਤਿਗੁਰਾਂ ਦੇ ਚਰਨਾਂ ਦੀ ਪ੍ਰੀਤ ਹੈ। ਤੋ ਐਸੀ ਪ੍ਰੀਤ ਭਾਈ ਸਾਹਿਬ ਜੀ ਦੇ ਹਿਰਦੇ ਵਿੱਚ ਵਸਦੀ ਹੈ ਸਤਿਗੁਰਾਂ ਦੇ ਚਰਨਾਂ ਦੀ। ਹਿਰਦੈ ਨਿਰੰਤਰ ਰਹਿ ਇੱਕ ਸਾਰਾ। ਹਿਰਦੇ ਵਿੱਚ ਨਿਰੰਤਰ ਇੱਕ ਸਾਰ ਬਿਰਤੀ ਜਿਹੜੀ ਹੈ, ਇੱਕ ਰਸ ਬਿਰਤੀ, ਉਹ ਭਾਈ ਸਾਹਿਬ ਜੀ ਦੇ ਅੰਦਰ ਵਰਤਦੀ ਹੈ, ਰਹਿੰਦੀ ਹੈ। ਤਉ ਗੁਰੂ ਜੀ ਕਰ ਨਿਜ ਮਾਇਆ। ਪਰ ਸਤਿਗੁਰਾਂ ਦੀ ਮਾਇਆ ਬੜੀ ਬਲਵਾਨ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰਾਂ ਦੀ ਜਿਹੜੀ ਮਾਇਆ ਨਾ, ਇਹ ਬੜੀ ਬਲਵਾਨ ਹੈ। ਸਤਿਗੁਰਾਂ ਦੀ ਮਾਇਆ ਬੜੀ ਪ੍ਰਬਲ ਹੈ। ਇਤਨੀ ਪ੍ਰਬਲ ਕੇ ਵੱਡੇ ਵੱਡੇ ਦੇਵਤੇ ਬ੍ਰਹਮਾ ਵਰਗੇ ਵੀ ਭਰਮ ਜਾਣ। ਰਾਮ ਕੋਇਰ ਕੋ ਮਨ ਪਰ ਮਾਇਆ। ਇੱਕ ਦਿਨ ਸਤਿਗੁਰਾਂ ਨੇ ਖੇਡ ਵਰਤਾ ਦਿੱਤੀ ਕਲਗੀਧਰ ਜੀ ਨੇ। ਮਹਾਰਾਜ ਜੀ ਨੇ ਮਾਇਆ ਵਰਤਾਈ, ਭਾਈ ਰਾਮ ਕੋਇਰ ਸਾਹਿਬ ਜੀ ਦੇ ਮਨ 'ਚ ਭਰਮ ਪਾ ਦਿੱਤਾ। ਮਾਇਆ ਭਰਮ ਪਾਉਂਦੀ ਹੈ ਨਾ। ਸਤਿਗੁਰਾਂ ਨੇ ਮਾਇਆ ਵਰਤਾਈ। ਇੱਥੇ ਦੱਸਣਾ ਚਾਹੁੰਦੇ ਐ, ਗੁਰੂ ਨੂੰ ਭਾਵੇ ਤਾਂ ਮਾਇਆ ਤੋਂ ਨਿਰਲੇਪ ਰਿਹਾ ਜਾ ਸਕਦਾ ਹੈ, ਆਪਣੇ ਬਲ ਨਾਲ ਨਹੀਂ। ਤੇ ਜੇ ਗੁਰੂ ਨੂੰ ਭਾ ਗਿਆ ਕਿ ਇਹਨੂੰ ਭਰਮਾਉਣਾ ਤੇ ਫਿਰ ਇਹਦੇ 'ਚ ਤਾਕਤ ਨਹੀਂ ਕਿ ਭਰਮ ਨਾ ਸਕੇ। ਭਾਈ ਗੁਰਦਾਸ ਜੀ ਦੇ ਮਨ 'ਚ ਵੀ ਭਰਮ ਪਾ ਦਿੱਤਾ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਵੇਖੋ ਸਾਰੀ ਕਥਾ ਪਿੱਛੇ ਆਪ ਜੀ ਨੇ ਸੁਣੀ ਹੈ। ਇਹ ਸੰਕੇਤ ਹੈ ਕਿ ਗੁਰੂ ਮਾਇਆ ਤੋਂ ਬਚਾਉਂਦਾ ਹੈ।
ਗੁਰੂ ਜੇ ਚਾਹੇ ਤਾਂ ਮਾਇਆ ਤੋਂ ਨਿਰਲੇਪ ਰਿਹਾ ਜਾ ਸਕਦਾ। ਇਸ ਕਰਕੇ ਸਿੱਖ ਨੇ ਗੁਰੂ ਚਰਨਾਂ 'ਚ ਅਰਦਾਸ ਕਰਨੀ ਹੈ, ਮਹਾਰਾਜ ਤਰਸ ਰੱਖੋ ਸਾਡੇ ਤੇ, ਕਿਰਪਾ ਕਰੋ। ਭਾਈ ਗੁਰਦਾਸ ਜੀ ਨੇ ਫਿਰ ਇੱਕ ਜਗ੍ਹਾ ਤੇ ਕਹਿ ਦਿੱਤਾ, ਜਦੋਂ 6ਵੇਂ ਪਾਤਸ਼ਾਹ ਕਿਹਾ ਸੀ ਤੇ ਤੁਸੀਂ ਕਹਿੰਦੇ ਸੀ ਵੀ ਗੁਰੂ ਨਾਲ ਸਾਂਗ ਵਰਤਾਵੇ ਤੇ ਸਿੱਖ ਸਿਦਕ ਨਾ ਹਾਰੇ, ਤੇ ਫਿਰ ਭਾਈ ਸਾਹਿਬ ਨੇ ਕਿਹਾ ਮਹਾਰਾਜ ਜੇ ਮਾਂ ਹੀ ਪੁੱਤ ਨੂੰ ਜ਼ਹਿਰ ਦੇ ਕੇ ਮਾਰੇ ਤੇ ਫਿਰ ਕੌਣ ਬਚਾਵੇ, ਤੇ ਜੇ ਗੁਰੂ ਹੀ ਭਰਮਾ ਦੇਵੇ ਸਿੱਖ ਨੂੰ ਤੇ ਫਿਰ ਕਿਹਨੇ ਬਚਾਉਣਾ। ਗੁਰੂ ਨੇ ਤਾਂ ਭਰਮ ਚੋਂ ਕੱਢਣਾ, ਮਾਇਆ ਚੋਂ ਕੱਢਣਾ, ਤੇ ਜੇ ਗੁਰੂ ਨੇ ਹੀ ਭਰਮਾ ਦਿੱਤਾ ਫਿਰ ਕੌਣ ਬਚਾ ਸਕਦਾ। ਤੋ ਕਲਗੀਧਰ ਜੀ ਨੇ ਇੱਕ ਦਿਨ ਖੇਡ ਵਰਤਾਈ, ਆਪਣੀ ਮਾਇਆ ਪਾ ਦਿੱਤੀ, ਭਾਈ ਰਾਮ ਕੋਇਰ ਸਾਹਿਬ ਜੀ ਦੇ ਮਨ ਨੂੰ ਭਰਮਾ ਦਿੱਤਾ। ਇਸਮੈਂ ਕੁਛ ਸ਼ੰਕਾ ਨੇ ਕੀਜੈ। ਭਾਈ ਸਾਹਿਬ ਜੀ ਕਹਿੰਦੇ ਆ ਵੀ ਇਹਦੇ 'ਚ ਤੁਸੀਂ ਸ਼ੰਕਾ ਨਾ ਕਰੋ ਵੀ ਐਸਾ ਕਿਵੇਂ ਹੋ ਗਿਆ, ਇਹਦੇ ਵਿੱਚ ਸੰਦੇਹ ਨਹੀਂ ਕਰਨਾ, ਸ਼ੰਕਾ ਨਹੀਂ ਕਰਨਾ। ਪੂਰਬ ਕੇਤਕ ਭੇ ਲਖ ਲੀਜੈ। ਏਦਾਂ ਪਹਿਲਾਂ ਵੀ ਕਈ ਵਾਰ ਹੋ ਚੁੱਕਾ ਹੈ, ਪਹਿਲਾਂ ਯੁਗਾਂ ਦੇ ਵਿੱਚ ਵੀ ਐਸਾ ਵਰਤਾਰਾ ਵਰਤ ਚੁੱਕਾ ਹੈ। ਮਾਇਆ ਪ੍ਰਬਲ ਪ੍ਰਮਾਵਨ ਕਰੇ। ਕਿ ਮਹਾਰਾਜ ਜੀ ਦੀ ਜਿਹੜੀ ਪ੍ਰਬਲ ਮਾਇਆ ਹੈ, ਉਹ ਮਾਇਆ ਨਾਲ ਮਹਾਰਾਜ ਜੀ ਜੀਵ ਨੂੰ ਭਰਮਾ ਲੈਂਦੇ ਹਨ। ਅਸਨੈ ਕੋ ਤਿਸ ਛਿਨ ਰਹਿ ਥਿਰੈ। ਤੇ ਜੇ ਸਾਹਿਬ ਜੀ ਆਪ ਮਾਇਆ ਪਾ ਕੇ ਭਰਮਾ ਲੈਣ ਤੇ ਫਿਰ ਐਸਾ ਕੋਈ ਨਹੀਂ ਜਿਹੜਾ ਉਸ ਮਾਇਆ ਦੇ ਭਰਮ ਦੇ ਵਿੱਚ ਥਿਰ ਰਹਿ ਸਕੇ, ਟਿਕ ਕੇ ਰਹਿ ਸਕੇ। ਫਿਰ ਉਹਨੂੰ ਭਰਮਣਾ ਹੀ ਪੈਂਦਾ ਜਿਹਨੂੰ ਆਪ ਭਰਮਾ ਦੇਣ। ਸਤਿਗੁਰ ਦੇ ਨਿਜ ਹੱਥ ਬਚਾਵੇ। ਇਸ ਕਰਕੇ ਇਹ ਗੱਲ ਸਾਰੇ ਆਪਣੇ ਪੱਲੇ ਬੰਨ੍ਹ ਲਓ ਕਿ ਮਾਇਆ ਦੀ ਇਸ ਭਰਮਣ ਘੇਰੀ ਤੋਂ ਉਹੀ ਬਚ ਸਕਦਾ ਹੈ ਜਿਹਨੂੰ ਖੁਦ ਆਪ ਸਤਿਗੁਰੂ ਜੀ ਆਪਣਾ ਹੱਥ ਦੇ ਕੇ ਬਚਾ ਲੈਣ। ਉਹਦਾ ਇਹ ਕਹੇ ਵੀ ਮੈਂ ਤਾਂ ਮਾਇਆ ਦਾ ਤਿਆਗੀ ਹਾਂ, ਮੈਨੂੰ ਨਹੀਂ ਮਾਇਆ ਭਰਮਾ ਸਕਦੀ। ਖਾਲਸਾ ਜੀ ਇਹ ਤਾਂ ਗੁਰੂ ਹੱਥ ਦੇ ਕੇ ਬਚਾਵੇ ਤਾਂ ਬਚਿਆ ਜਾ ਸਕਦਾ, ਨਹੀਂ ਤਾਂ ਨਹੀਂ। ਹਾਂਜੀ, ਸੋ ਉਬਰੇ ਮਨ ਨਹੀਂ ਡੁਲਾਵੇ। ਜਿਸ ਨੂੰ ਸਤਿਗੁਰੂ ਜੀ ਆਪਣਾ ਹੱਥ ਦੇ ਕੇ ਬਚਾ ਲੈਣ ਉਹ ਉਬਰਦਾ ਹੈ, ਫਿਰ ਉਹਦਾ ਮਨ ਡਾਵਾਂ ਡੋਲ ਨਹੀਂ ਹੁੰਦਾ, ਉਹਦਾ ਮਨ ਡੋਲਣ ਨਹੀਂ ਦਿੰਦੇ ਸਤਿਗੁਰੂ ਜੀ। ਕਾਗ ਪਸੁੰਡ ਖਗੇਸ਼ ਜੋ ਆਏ। ਕਹਿੰਦੇ ਕਾਕ ਪਸੁੰਡ ਜਿਹੜਾ ਸਾਰੇ ਪੰਛੀਆਂ ਦਾ ਰਾਜਾ ਕਿਹਾ ਜਾਂਦਾ ਹੈ, ਫਿਰ ਗਰੁੜ ਆਦਿਕ ਜਿਹੜੇ ਪੰਛੀ ਸਾਰੇ ਪੰਛੀਆਂ ਦੇ ਰਾਜੇ ਕਹੇ ਜਾਂਦੇ ਹਨ। ਪ੍ਰਭੂ ਸਮੀਪੀ ਜੋ ਨਿਤ ਰਹੇ। ਇਹ ਕਾਕ ਪਸੁੰਡ ਤੇ ਗਰੁੜ ਜਿਹੜੇ ਨੇ ਇਹ ਪ੍ਰਭੂ ਸਮੀਪੀ ਹੋ ਕੇ ਹਮੇਸ਼ਾ ਪ੍ਰਭੂ ਦਾ ਜਸ ਕਰਦੇ ਹਨ। ਬਹੁਰ ਵਸ਼ਿਸ਼ਟ ਆਦਿਕ ਬ੍ਰਹਮ ਗਿਆਨੀ। ਫਿਰ ਵਸ਼ਿਸ਼ਟ ਜੀ ਵਰਗੇ ਕਿੱਡੇ ਵੱਡੇ ਬ੍ਰਹਮ ਗਿਆਨੀ ਹੋਏ ਆ। ਵਸ਼ਿਸ਼ਟ ਜੀ ਕਿੱਡੇ ਵੱਡੇ ਸੁੰਦਰ ਗ੍ਰੰਥ ਦੀ, ਯੋਗ ਵਸ਼ਿਸ਼ਟ ਗ੍ਰੰਥ ਦੀ ਉਹਨਾਂ ਨੇ ਰਚਨਾ ਕੀਤੀ ਹੈ। ਬੜਾ ਵੱਡਾ ਗੂੜ ਗਿਆਨ ਹੈ ਯੋਗ ਵਸ਼ਿਸ਼ਟ ਵਿੱਚ। ਤੋ ਇਹਨੇ ਨੇ ਵੱਡੇ ਗਿਆਨੀ ਹੋ ਚੁੱਕੇ ਨੇ, ਬ੍ਰਹਮ ਗਿਆਨੀ। ਇਨਕੈ ਪਇਓ ਮੋਹ ਜਗ ਜਾਨੀ। ਪਰ ਜਦੋਂ ਮਾਇਆ ਨੇ ਭਰਮਾਇਆ ਤੇ ਇਹਨਾਂ ਵੱਡੇ ਵੱਡੇ ਗਿਆਨੀਆਂ ਨੂੰ, ਗਰੁੜ ਵਰਗਿਆਂ ਨੂੰ, ਕਾਕ ਪਸੁੰਡੀ ਵਰਗਿਆਂ ਨੂੰ, ਵਸ਼ਿਸ਼ਟ ਵਰਗਿਆਂ ਨੂੰ ਵੀ ਮਾਇਆ ਨੇ ਭਰਮਾ ਲਿਆ। ਮਾਇਆ ਇੰਨੀ ਬਲਵਾਨ ਹੈ। ਤਦੇ ਗੁਰਦੇਵ ਕਹਿੰਦੇ ਆ ਸਰਪਨੀ ਤੇ ਉੱਪਰ ਨਹੀਂ ਬਲੀਆ, ਸਰਪਨੀ ਤੇ ਉੱਪਰ ਨਹੀਂ ਬਲੀਆ, ਜਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ। ਇਸ ਮਾਇਆ ਤੋਂ ਬਲੀ ਕੋਈ ਨਹੀਂ। ਇਹਨੇ ਬ੍ਰਹਮਾ ਵਿਸ਼ਨੂੰ ਸ਼ਿਵ ਵਰਗਿਆਂ ਨੂੰ ਵੀ ਛੱਡ ਲਿਆ, ਇਤਨੀ ਬਲਵਾਨ ਹੈ। ਕਮਲਾ ਭ੍ਰਮਪੀਤ, ਕਮਲਾ ਭ੍ਰਮਪੀਤ, ਇਹ ਕਮਲਾ ਨਾਮ ਹੈ ਮਾਇਆ ਦਾ। ਇਹ ਮਾਇਆ ਦੀ ਜਿਹੜੀ ਭਰਮ ਦੀ ਕੰਧ ਹੈ ਨਾ, ਬੜੀ ਬਲਵਾਨ ਹੈ। ਤੀਖਣ ਮਦ ਵਿਪਰੀਤ ਅਵਧ ਅਕਾਰਥ ਜਾਤ। ਕਹਿੰਦੇ ਇਤਨੀ ਜ਼ਿਆਦਾ ਪ੍ਰਬਲ ਹੈ ਕਿ ਇਸ ਪ੍ਰਬਲ ਮਾਇਆ ਦੇ ਵਿੱਚ ਬਹੁਤਿਆਂ ਦੀ ਜ਼ਿੰਦਗੀ ਅਕਾਰਥ ਬੀਤ ਜਾਂਦੀ ਹੈ। ਤੋ ਵੱਡੇ ਵੱਡੇ ਗਿਆਨੀ ਜਿਹੜੇ ਹਨ, ਵਸ਼ਿਸ਼ਟ ਜੀ ਆਦਿਕ, ਉਹਨਾਂ ਨੂੰ ਵੀ ਇਸ ਮਾਇਆ ਨੇ ਭਰਮਾ ਲਿਆ। ਇਸ ਜਗਤ ਦੇ ਵਿੱਚ ਇਹ ਪ੍ਰਮਾਣ ਪ੍ਰਸਿੱਧ ਹਨ। ਤਉ ਸਬਨ ਤੇ ਮੈਦ ਮਹਾਨਾ। ਫਿਰ ਵੀ ਸਭ ਤੋਂ ਵੱਡੇ ਤੋਂ ਜੋ ਵੱਡਾ ਹੈ, ਜਿਨ ਕੇ ਨਹੀਂ ਲੇਸ਼ ਅਗਿਆਨਾ। ਜਿਨ੍ਹਾਂ ਦੇ ਹਿਰਦੇ ਵਿੱਚ ਅਗਿਆਨ ਦਾ ਲੇਸ਼ ਮਾਤਰ ਵੀ ਨਹੀਂ ਹੈ। ਤਿਮ ਇਨਕੇ ਮਨ ਮੋਹ ਉਪਾਵਾ। ਤੇ ਕਹਿੰਦੇ ਵੇਖੋ ਮਾਇਆ ਨੇ ਇੰਨਾ ਪ੍ਰਬਲ ਹੋ ਕੇ
ਵਸ਼ਿਸ਼ਟ ਜੀ ਵਰਗਿਆਂ ਦੇ ਅੰਦਰ ਵੀ ਮੋਹ ਪੈਦਾ ਕਰ ਦਿੱਤਾ। ਜਦੋਂ ਪੁੱਤਰ ਮਰੇ ਤੇ ਉਹ ਵੀ ਰੋਣ ਲੱਗ ਪਏ, ਉਹਨਾਂ ਅੰਦਰ ਵੀ ਮਮਤਾ ਪੈਦਾ ਹੋ ਗਈ। ਹਾਲਾਂਕਿ ਏਡੇ ਵੱਡੇ ਵਿਦਵਾਨ ਗਿਆਨੀ ਹਨ ਜਿਨ੍ਹਾਂ ਅੰਦਰ ਵਿਕਾਰ ਦਾ ਲੇਸ਼ ਮਾਤਰ ਵੀ ਨਹੀਂ, ਪਰ ਮਾਇਆ ਜਦੋਂ ਵਰਤੀ ਤੇ ਉਹਨਾਂ ਦੇ ਹਿਰਦੇ ਵਿੱਚ ਵੀ ਮੋਹ ਦੀ ਬਿਰਤੀ ਉਤਪਨ ਹੋ ਗਈ। ਸੁਨੋ ਕਥਾ ਸੋ ਅਗ ਬਨ ਦਾਵਾ। ਇਸ ਕਰਕੇ ਹੇ ਭਾਈ ਸਿੱਖੋ, ਸ਼ੰਕਾ ਨਾ ਕਰੋ ਕਿ ਭਾਈ ਰਾਮ ਕੁਇਰ ਸਾਹਿਬ ਜੀ ਨੂੰ ਭਰਮਾ ਲਿਆ ਮਹਾਰਾਜ ਜੀ ਨੇ। ਇਹਦੇ 'ਚ ਸ਼ੰਕਾ ਨਹੀਂ। ਗੁਰੂ ਸਾਹਿਬ ਸਮਰੱਥ ਨੇ, ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਬਲੀ ਹਨ, ਉਹਨਾਂ ਦੀ ਮਾਇਆ ਵੀ ਬਲਵਾਨ ਹੈ। ਇਸ ਕਰਕੇ ਭਾਈ ਹੁਣ ਇਹ ਕਥਾ ਸੁਣੋ। ਜੇ ਸਤਿਗੁਰੂ ਭਰਮਾਉਂਦੇ ਆ ਨਾ ਤੇ ਫਿਰ ਮੇਰੇ ਸਤਿਗੁਰਾਂ ਦੀ ਜੇ ਸ਼ਰਨ 'ਚ ਪੈ ਜੇ ਸਿੱਖ, ਬੇਨਤੀ ਕਰੇ ਮਹਾਰਾਜ ਸਾਨੂੰ ਇਸ ਭਰਮਣ ਘੇਰੀ 'ਚੋਂ ਕੱਢ ਲਓ, ਤੇ ਫਿਰ ਕੱਢ ਕੇ ਘੁੱਟ ਕੇ ਆਪਣੀ ਗੱਲ ਵੱਖੜੀ 'ਚ ਵੀ ਲੈ ਲੈਂਦੇ ਆ। ਸਿੱਖ ਹਮੇਸ਼ਾ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਗੁਰੂ ਨੂੰ ਸਮਰਪਣ ਹੋ ਕੇ ਵਿਚਰਦਾ ਹੈ। ਉਹਨੂੰ ਕੇਵਲ ਆਪਣੇ ਗੁਰੂ ਦਾ ਤਾਣ ਹੈ, ਗੁਰੂ ਦਾ ਬਲ ਹੈ। ਉਹ ਕਹਿੰਦਾ ਮੇਰੇ 'ਚ ਕੋਈ ਤਾਣ ਨਹੀਂ, ਮੇਰੇ 'ਚ ਕੋਈ ਬਲ ਨਹੀਂ। ਸੁਣੋ ਕਥਾ ਭਾਈ ਰਾਮ ਕੁਇਰ ਸਾਹਿਬ ਜੀ ਦੀ। ਇਮ ਸ਼੍ਰੀ ਰਾਮ ਕੋਇਰ ਗੁਰ ਸਿੱਖ। ਭਾਈ ਰਾਮ ਕੁਇਰ ਸਾਹਿਬ ਜੋ ਗੁਰੂ ਘਰ ਦੇ ਮਹਾਨ ਸਿੱਖ ਹਨ, ਤਿਸ ਕੀ ਕਉ ਕਥਾ ਕੁਛ ਲਿਖ। ਉਹਨਾਂ ਦੀ ਕੁਝ ਕਥਾ ਮੈਂ ਇੱਥੇ ਲਿਖਦਾ ਹਾਂ, ਕਹਿੰਦਾ ਹਾਂ, ਸੁਣੋ। ਸ਼੍ਰੀ ਗੋਬਿੰਦ ਸਿੰਘ ਗੁਰ ਬਰ ਦਸਮ। ਦਸਵੇਂ ਪਾਤਸ਼ਾਹ ਜੋ ਸ੍ਰੇਸ਼ਟ ਗੁਰੂਆਂ ਵਿੱਚੋਂ ਮਹਾਨ ਗੁਰੂ ਹਨ, ਜਿਨ ਕੇ ਦਿਪਤ ਤੇਜ ਕੀ ਰਿਸ਼ਮ। ਜਿਨ੍ਹਾਂ ਦੇ ਸਵਰੂਪ ਤੇ ਤੇਜ ਪ੍ਰਤਾਪ ਦੀਆਂ ਰਿਸ਼ਮਾਂ ਚਮਕਦੀਆਂ ਹਨ। ਕਠਨ ਕੁਦੰਡ ਪ੍ਰਚੰਡ ਅਗਾਰੀ। ਕਲਗੀਧਰ ਜੀ ਇੱਕ ਦਿਨ ਬੈਠਿਆ ਸਭਾ 'ਚ, ਬੜਾ ਮਜ਼ਬੂਤ ਤੇ ਕਠੋਰ ਧਨਕ। ਉਹਦੀ ਜਿਹੜੀ ਛੜ ਹੈ ਨਾ, ਲੱਠ, ਉਹ ਵੀ ਬੜੀ ਮੋਟੀ ਤੇ ਮਜ਼ਬੂਤ ਹੈ, ਤੇ ਮਹਾਰਾਜ ਜੀ ਦੇ ਸਾਹਮਣੇ ਪਿਆ ਹੈ ਧਨਕ। ਧਰਿਓ ਹੁਤੋ ਆਗੇ ਇੱਕ ਬਾਰੀ। ਇੱਕ ਦਿਨ ਮਹਾਰਾਜ ਜੀ ਨੇ ਆਪਣੇ ਸਨਮੁਖ ਉਹ ਧਨਕ ਰੱਖਿਆ ਹੋਇਆ, ਬੜਾ ਕਠੋਰ ਹੈ, ਬੜਾ ਮਜ਼ਬੂਤ ਧਨਕ ਹੈ, ਉਹ ਸਤਿਗੁਰਾਂ ਦੇ ਸਾਹਮਣੇ ਪਿਆ ਹੋਇਆ ਹੈ। ਰਾਮ ਕੋਇਰ ਨੇ ਦੇਖਨ ਕੀਨਸ। ਭਾਈ ਰਾਮ ਕੁਇਰ ਸਾਹਿਬ ਜੀ ਆਏ, ਨਮਸਕਾਰ ਕੀਤੀ, ਬਹਿ ਗਏ। ਅਚਾਨਕ ਉਹਨਾਂ ਦੀ ਨਿਗਾਹ ਉਸ ਧਨਕ ਦੇ ਉੱਤੇ ਪਈ। ਭਾਈ ਰਾਮ ਕੁਇਰ ਸਾਹਿਬ ਨੇ ਉਹ ਕਮਾਨ ਮਹਾਰਾਜ ਜੀ ਦੇ ਸਾਹਮਣੇ ਪਈ ਵੇਖੀ। ਸਤਿਗੁਰ ਬਲ ਤੇ ਅਦ ਕੈ ਚੀਨਸ। ਵੇਖਿਆ ਵੀ ਕਮਾਨ ਬੜੀ ਮੋਟੀ ਹੈ, ਤੇ ਸਤਿਗੁਰਾਂ ਦਾ ਸਰੀਰ ਜਿਹੜਾ ਹੈ ਉਹ ਜੁੱਸਾ ਮਹਾਰਾਜ ਜੀ ਦਾ ਇੰਨਾ ਬਲ ਭਰਿਆ ਹੋਇਆ ਨਹੀਂ ਸੀ ਕਲਗੀਧਰ ਦਾ, ਤੇ ਮਹਾਰਾਜ ਜੀ ਦੇ ਸਰੀਰ ਦੇ ਬਲ ਤੋਂ ਕਮਾਨ ਜਿਹੜੀ ਆ ਉਹ ਜ਼ਿਆਦਾ ਮੋਟੀ ਪ੍ਰਤੀਤ ਹੁੰਦੀ ਪਈ ਵੇਖੀ। ਭਾਈ ਰਾਮ ਕੁਇਰ ਸਾਹਿਬ ਦੇ ਮਨ 'ਚ ਏਦਾਂ ਭਰਮ, ਸਤਿਗੁਰਾਂ ਹੀ ਭਰਮਾਇਆ, ਤੇ ਆਪ ਹੀ ਭਰਮਾਇਆ ਤੇ ਫਿਰ ਆਪ ਹੀ ਕੱਢ ਲਿਆ ਸਮਰੱਥ ਦੇਵ ਨੇ। ਇਸ ਕਰਕੇ ਇੱਥੇ ਇਸ ਪੰਕਤੀ ਦਾ ਸਪਸ਼ਟ ਭਾਵ ਸਮਝ ਲੈਣਾ ਚਾਹੀਦਾ ਹੈ, ਗੁਰ ਜੈਸਾ ਨਾਹੀ ਕੋ ਦੇਵ। ਗੁਰੂ ਜੈਸਾ ਨਹੀਂ ਹੈ ਕੋਈ। ਤੋ ਸੇਵਕ ਗੁਰੂ ਸਾਹਿਬ ਜੀ ਦੇ ਸ਼ਰਨ ਵਿੱਚ ਭਾਈ ਰਾਮ ਕੁਇਰ ਸਾਹਿਬ ਜਦੋਂ ਕਮਾਨ ਵੇਖੀ ਪਈ ਤੇ ਵੇਖ ਕੇ ਮਨ 'ਚ ਸੰਦੇਹ ਉੱਠਿਆ ਵੀ ਇਹ ਕਮਾਨ ਸਤਿਗੁਰਾਂ ਦੇ ਸਰੀਰਕ ਬਲ ਨਾਲੋਂ ਜ਼ਿਆਦਾ ਮਜ਼ਬੂਤ ਜਾਪਦੀ ਹੈ। ਗੁਰੂ ਸਾਹਿਬ ਦੇ ਸਰੀਰ 'ਚ ਓਨਾ ਬਲ ਨਹੀਂ ਜਾਪਦਾ ਜਿੰਨੇ ਬਲ ਨਾਲ ਇਹ ਕਮਾਨ ਖਿੱਚੀ ਜਾ ਸਕਦੀ ਹੈ। ਅਤ ਬਲਵਾਨ ਸਰੀਰ ਬਿਸਾਲਾ। ਕੋਈ ਕਿਸੇ ਦਾ ਬੜਾ ਬਲਵਾਨ ਸਰੀਰ ਹੋਵੇ, ਮੋਟੇ ਡੌਲੇ ਹੋਣ, ਜੁੱਸਾ ਸਰੀਰ ਦਾ ਪੂਰਾ ਭਰਿਆ ਹੋਵੇ, ਪੁਨੇ ਤਨੁਖ ਕੀ ਵਿਦਿਆ ਵਾਲਾ। ਫਿਰ ਉਹ ਕਮਾਨ ਚਲਾਉਣ ਦੀ ਵਿਦਿਆ ਜਾਣਦਾ ਹੋਵੇ, ਪੂਰੀ ਉਹਨੂੰ ਧਨਕ ਚਲਾਉਣਾ ਆਉਂਦਾ ਹੋਵੇ। ਤਿਸ ਤੇ ਪੀਨੇ ਐਚਿਓ ਜਾਈ। ਇਹ ਕਮਾਨ ਤਾਂ ਉਹਦੇ ਕੋਲੋਂ ਵੀ ਨਾ ਖਿੱਚੀ ਜਾਵੇ ਜਿਹੜਾ ਪੂਰਾ ਬਲਵਾਨ ਸਰੀਰ ਵਾਲਾ ਹੋਵੇ ਔਰ ਕਮਾਨ ਚਲਾਉਣ ਦੀ ਵਿਦਿਆ ਆਉਂਦੀ ਹੋਵੇ। ਇਹ ਕਮਾਨ ਤਾਂ ਉਹਦੇ ਕੋਲੋਂ ਵੀ ਨਾ ਚੱਲੇ, ਉਹ ਵੀ ਇਹਦੀ ਤੰਦੀ ਨਾ ਖਿੱਚ ਸਕੇ, ਇੰਨੀ ਮਜ਼ਬੂਤ ਹੈ। ਇਨਕੋ ਤਨ ਨੇ ਢੀਲ ਬੜਾਈ। ਤੇ ਗੁਰੂ ਸਾਹਿਬ ਜੀ ਦੇ ਸਰੀਰ ਦੇ ਵਿੱਚ ਜਿਹੜੀ ਤਨ ਦੀ ਬਲ, ਮਹਾਰਾਜ ਜੀ ਦਾ ਕੱਦ ਜਿਹੜਾ ਸੀ, ਦਸਵੇਂ ਪਾਤਸ਼ਾਹ ਜੀ ਦਾ ਇੰਨਾ ਵਿਸ਼ਾਲ ਕਾਇਆ ਨਹੀਂ ਸੀ। ਭਾਈ ਰਾਮ ਕੁਇਰ ਸਾਹਿਬ ਦਾ ਸਰੀਰ ਵੀ ਜਿਹੜਾ ਸੀ ਉਹ ਬਲਵਾਨ ਸੀ, ਤੇ ਜੁੱਸਾ ਭਾਈ ਸਾਹਿਬ ਦਾ ਵੀ ਭਰਿਆ ਹੋਇਆ ਸੀ ਸਰੀਰ ਦਾ। ਤੇ ਕਲਗੀਧਰ ਜੀ ਦਾ ਤਨ ਵੇਖ ਕੇ ਮਨ 'ਚ ਇਦਾਂ ਦਾ ਸੰਦੇਹ ਜਿਹਾ ਉੱਠਿਆ,
ਆਪਨ ਓਜ ਐਚਨ ਕੇ ਲਾਇਕ। ਗੁਰੂ ਸਾਹਿਬ ਦਾ ਜਿੰਨਾ ਕੁ ਸਰੀਰ ਬਲਵਾਨ ਹੈ, ਇਹਨਾਂ ਨੂੰ ਆਪਣੇ ਸਰੀਰ ਦੇ ਬਲ ਮੁਤਾਬਕ ਕਮਾਨ ਰੱਖਣੀ ਚਾਹੀਦੀ ਹੈ। ਇਹ ਤਾਂ ਸਤਿਗੁਰਾਂ ਕੋਲੋਂ ਚਲਾਈ ਨਹੀਂ ਜਾਣੀ ਜਿਹੜੀ ਪਈ ਹੈ, ਕਿਉਂਕਿ ਇਹ ਤਾਂ ਬੜੀ ਮਜ਼ਬੂਤ ਕਮਾਨ ਹੈ। ਇਹ ਤਾਂ ਕੋਈ ਬੜੇ ਬਲੀ ਸਰੀਰ ਵਾਲਾ ਹੋਵੇ ਉਹ ਵੀ ਨਾ ਚਲਾ ਸਕੇ। ਤੇ ਗੁਰੂ ਸਾਹਿਬ ਨੂੰ ਤਾਂ ਚਾਹੀਦਾ ਵੀ ਜਿੰਨਾ ਕੁ ਉਹਨਾਂ ਦਾ ਸਰੀਰ ਆਪਣਾ ਬਲਵਾਨ ਹੈ, ਉਹਦੇ ਮੁਤਾਬਕ ਕਮਾਨ ਬਣਾ ਕੇ ਉਹਨਾਂ ਨੂੰ ਰੱਖਣੀ ਚਾਹੀਦੀ ਹੈ, ਜਿਹਨੂੰ ਉਹ ਚਲਾ ਸਕਣ। ਹਾਂਜੀ, ਚਾਹੀਏ ਅਸ ਧਨਕ ਤੇ ਤਜ ਸਾਇਕ। ਇਹੋ ਜਿਹਾ ਧਨਕ ਇਹਨਾਂ ਨੂੰ ਆਪਣੇ ਕੋਲ ਰੱਖਣਾ ਚਾਹੀਦਾ ਚਲਾਉਣ ਲਈ। ਅਰਜਨ ਆਦ ਪ੍ਰਥਮ ਜੇ ਪਏ। ਸੁਣਿਆ ਬੜੇ ਬੜੇ ਧਨਕ ਧਾਰੀ ਅਰਜਨ ਵਰਗੇ ਹੋਏ ਨੇ ਦੁਆਪਰ ਯੁੱਗ ਵਿੱਚ। ਤਿਨਕੇ ਤਨਕ ਐਸੇ ਸੁਨ ਲਏ। ਆ ਜਿਹੜਾ ਧਨਕ ਗੁਰੂ ਸਾਹਿਬ ਨੇ ਰੱਖਿਆ, ਏਦਾਂ ਦੇ ਧਨਕ ਤਾਂ ਅਰਜਨ ਵਰਗਿਆਂ ਕੋਲ ਹੁੰਦੇ ਸੀ, ਸੁਣੇ ਨੇ ਵੀ ਉਹ ਚਲਾਇਆ ਕਰਦੇ ਸੀ ਏਦਾਂ ਦੇ ਧਨਕ। ਧਰਿਓ ਕੁਦੰਡ ਪ੍ਰਚੰਡ ਅਗਾਰੀ। ਜਿਹੜਾ ਇਹ ਪ੍ਰਚੰਡ ਕੁਦੰਡ ਕਹਿੰਦੇ ਨੇ ਕਮਾਨ, ਏਡੀ ਮਜ਼ਬੂਤ ਕਮਾਨ ਗੁਰੂ ਪਾਤਸ਼ਾਹ ਜੀ ਨੇ ਆਪਣੇ ਸਾਹਮਣੇ ਰੱਖੀ ਹੈ। ਏਦਾਂ ਦੀ ਕਮਾਨ ਤਾਂ ਪੁਰਾਣੇ ਸਮਿਆਂ ਦੇ ਵਿੱਚ ਪਾਂਡਵਾਂ ਦੇ ਵੇਲੇ ਅਰਜਨ ਵਰਗੇ ਕਰਨ ਵਰਗੇ ਚਲਾਇਆ ਕਰਦੇ ਸਨ। ਕਿਆ ਕਾਰਨ ਇਮ ਕਰਤ ਵਿਚਾਰੀ। ਸੋਚਦੇ ਨੇ ਖਬਰੇ ਕੀ ਕਾਰਨ ਹੈ ਕਿ ਗੁਰੂ ਜੀ ਨੇ ਇੰਨੀ ਮਜ਼ਬੂਤ ਕਮਾਨ ਆਪਣੇ ਕੋਲ ਰੱਖੀ ਹੈ, ਕਿਉਂਕਿ ਭਾਈ ਸਾਹਿਬ ਨੇ ਕਦੇ ਦਰਸ਼ਨ ਨਹੀਂ ਸੀ ਕੀਤੇ। ਉਹ ਕਮਾਨ ਚਲਾਉਂਦਿਆਂ ਮਹਾਰਾਜ ਜੀ ਨੂੰ ਵੇਖਿਆ ਨਹੀਂ ਸੀ, ਤੇ ਅਚਾਨਕ ਪਈ ਵੇਖੀ ਵੀ ਬੜੀ ਮਜ਼ਬੂਤ ਕਮਾਨ, ਤੇ ਸੋਚਿਆ ਭਰਮ ਪੈ ਗਿਆ ਵੀ ਇਹ ਤਾਂ ਗੁਰੂ ਸਾਹਿਬ ਕੋਲੋਂ ਨਹੀਂ ਚੱਲਦੀ ਹੋਣੀ। ਪਰ ਗੁਰੂ ਸਾਹਿਬ ਨੇ ਰੱਖੀ ਕਿਉਂ ਹੈ, ਇਹਦੀ ਸਮਝ ਨਹੀਂ ਆਈ। ਤਿਸਕੇ ਮਨ ਕੀ ਸਤਿਗੁਰ ਜਾਨੀ। ਭਾਈ ਸਾਹਿਬ ਜੀ ਦੇ ਮਨ ਦੀ ਜਾਣੀ ਜਾਣ ਅੰਤਰਯਾਮੀ ਸਵਾਮੀ ਜਾਣ ਗਏ। ਇਹਨੂੰ ਕਹਿੰਦੇ ਪੂਰਾ ਗੁਰੂ। ਸਿੱਖ ਦੇ ਮਨ 'ਚ ਸੰਦੇਹ ਉੱਠੇ, ਨਾਲ ਹੀ ਗੁਰੂ ਜਾਣ ਲਵੇ, ਔਰ ਜਾਣਦਿਆਂ ਸਾਰ ਉਸ ਸੰਦੇਹ ਦੀ ਨਿਰਵਿਰਤੀ ਕਰ ਦੇਵੇ। ਪੂਰੇ ਗੁਰੂ ਦੀ ਇਹ ਕਲਾ ਹੈ। ਪੂਰਾ ਗੁਰੂ ਆਪਣੇ ਸਿੱਖ ਦੇ ਹਿਰਦੇ 'ਚ ਸ਼ੰਕਾ ਨਹੀਂ ਰਹਿਣ ਦਿੰਦਾ, ਭਰਮ ਨਹੀਂ ਰਹਿਣ ਦਿੰਦਾ। ਤੇ ਜਿਹੜਾ ਗੁਰੂ ਆਪਣੇ ਸਿੱਖ ਦਾ ਭਰਮ ਨਾ ਦੂਰ ਕਰ ਸਕੇ, ਸ਼ੰਕਾ ਨਾ ਦੂਰ ਕਰ ਸਕੇ, ਕਬੀਰ ਜੀ ਮਹਾਰਾਜ ਜੀ ਕਹਿੰਦੇ ਉਸ ਗੁਰੂ ਦੀ ਮਾਂ ਦਾ ਸਿਰ ਮੁੰਨ ਦੇਣਾ ਚਾਹੀਦਾ, ਉਹਨੂੰ ਸਜ਼ਾ ਦੇਣੀ ਚਾਹੀਦੀ ਹੈ ਵੀ ਇਹੋ ਜਿਹਾ ਕਪੂਤ ਕਿਉਂ ਪੈਦਾ ਕੀਤਾ, ਜਿਹੜਾ ਆਪਣੇ ਆਪ ਨੂੰ ਕਹਾਉਂਦਾ ਗੁਰੂ ਹੈ ਪਰ ਆਪਣੇ ਚੇਲਿਆਂ ਦੇ ਮਨ ਦਾ ਸ਼ੰਕਾ ਦੂਰ ਨਹੀਂ ਕਰ ਸਕਦਾ। ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ। ਗੁਰੂ ਪੂਰਾ ਤਾਂ ਉਹ ਹੈ ਜਿਹੜਾ ਸਿੱਖ ਦੇ ਅੰਦਰ ਬੋਲੇ ਵੀ ਨਾ, ਮਨ 'ਚ ਸੋਚੇ ਬਸ ਸ਼ੰਕਾ, ਭਰਮ ਪੈ ਜੇ ਮਨ 'ਚ ਹੀ, ਬੋਲ ਕੇ ਵੀ ਨਾ ਕਹਿਣਾ ਪਵੇ, ਤੇ ਗੁਰੂ ਉਸ ਦੇ ਹਿਰਦੇ 'ਚ ਉਪਜੇ ਭਰਮ ਨੂੰ ਨਾਲ ਹੀ ਨਿਰਵਿਰਤ ਕਰ ਦੇਵੇ। ਐਸੇ ਗੁਰੂ ਨੇ ਬਾਜਾਂ ਵਾਲੇ ਕਲਗੀਧਰ ਸੁਆਮੀ। ਤਦੇ ਕਿਹਾ ਭਾਈ ਗੁਰਦਾਸ ਸਾਹਿਬ ਨੇ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸਤਿਗੁਰੂ ਜੀ ਤੁਸੀਂ ਵਾਹੋ ਵਾਹੋ ਵਾਹੋ। ਹਾਂਜੀ, ਚਹਿਤ ਦਾਸ ਕੋ ਸੰਸੈ ਹਾਨੀ। ਆਪਣੇ ਸਿੱਖ ਦੇ ਹਿਰਦੇ ਚ ਉਪਜੇ ਹੋਏ ਇਸ ਸੰਸੇ ਨੂੰ ਮਹਾਰਾਜ ਜੀ ਹੁਣ ਨਾਸ਼ ਕਰਨਾ ਚਾਹੁੰਦੇ ਹਨ। ਕਹਿਓ ਕਿ ਤਿਆਰੀ ਵੈਰ ਕਰਾਵੋ। ਉਸੇ ਵੇਲੇ ਹੁਕਮ ਕੀਤਾ ਵੀ ਚਲੋ ਤਿਆਰੀ ਕਰਾਓ, ਅਸੀਂ ਬਾਹਰ ਬਨ ਚ ਜੰਗਲ ਚ ਜਾਣਾ ਚਾਹੁੰਦੇ ਹਾਂ। ਗਜਬਾਜੀ ਚੜਬੇ ਸਜਵਾਵੋ। ਹਾਥੀ ਤੇ ਘੋੜੇ ਸ਼ਿੰਗਾਰ ਕੇ ਲੈ ਆਓ, ਚੜ੍ਹਨ ਵਾਸਤੇ ਹਾਥੀ ਵੀ ਲੈ ਆਓ ਤੇ ਘੋੜੇ ਵੀ ਲੈ ਆਓ। ਇਮ ਕਹਿ ਰਾਮ ਕੋਇਰ ਸੰਗ ਲੀਨਸ। ਏਦਾਂ ਕਹਿ ਕੇ ਮਹਾਰਾਜ ਜੀ ਨੇ ਭਾਈ ਰਾਮ ਕੋਇਰ ਸਾਹਿਬ ਜੀ ਨੂੰ ਨਾਲ ਲੈ ਲਿਆ। ਆਖਿਆ ਚਲੋ ਭਾਈ ਸਾਹਿਬ ਤੁਹਾਨੂੰ ਅੱਜ ਸੈਰ ਕਰਾ ਕੇ ਲਿਆਈਏ। ਦਰਅਸਲ ਸੈਰ ਨਹੀਂ ਸੀ ਕਰਾਉਣੀ, ਭਾਈ ਸਾਹਿਬ ਦੇ ਮਨ ਦਾ ਭਰਮ ਦੂਰ ਕਰਨਾ ਸੀ, ਸ਼ੰਕਾ ਦੂਰ ਕਰਨਾ ਸੀ। ਕਹਿੰਦੇ ਚਲੋ ਭਾਈ ਸਾਹਿਬ ਤੁਹਾਨੂੰ ਸੈਰ ਕਰਾ ਕੇ ਲਿਆਈਏ। ਸਾਇਕ ਤਨੁਖ ਲੀਨ ਜੋ ਪੀਨਸ। ਉਹੀ ਧਨਕ ਜਿਹਨੂੰ ਵੇਖ ਕੇ ਭਾਈ ਸਾਹਿਬ ਦੇ ਮਨ 'ਚ ਸੰਸਾ ਆਇਆ ਸੀ ਨਾ, ਉਹ ਧਨਕ ਮਹਾਰਾਜ ਗੁਰੂ ਕਲਗੀਧਰ ਜੀ ਨੇ ਚੁੱਕ ਲਿਆ। ਮੰਦ ਮੰਦ ਪਗ ਪੰਕਜ ਸਾਥ। ਮੋਢਿਆਂ ਤੇ ਤੀਰਾਂ ਦਾ ਪੱਥਾ ਸਤਿਗੁਰਾਂ ਦੇ, ਤੇ ਸਹਿਜੇ ਸਹਿਜੇ ਪਾਤਸ਼ਾਹ ਟੁਰੇ ਜਾਂਦੇ ਐ। ਨਾਲ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ ਜਾ ਰਹੇ ਨੇ। ਆਏ ਵਹਿਰ ਠਾਡੇ ਗੁਰਨਾਥ। ਤੇ ਬਾਹਰ ਜਿੱਥੇ ਖੁੱਲਾ ਥਾਂ ਹੁੰਦਾ ਹੈ, ਜਿੱਥੇ ਹਾਥੀ ਘੋੜੇ ਆਉਣੇ ਸਨ, ਉੱਥੇ ਮਹਾਰਾਜ ਜੀ ਆ ਕੇ ਖਲੋ ਗਏ। ਕਰਤ ਪ੍ਰਤੀਖਨ ਗਜ ਸਜ ਆਵੇ। ਮਹਾਰਾਜ ਜੀ ਉਡੀਕਦੇ ਆ ਵੀ ਚਲੋ ਇੰਨੇ ਨੂੰ ਹਾਥੀ ਆ ਜਾਏਗਾ ਸੱਜ ਕੇ, ਤੇ ਸ਼ਿੰਗਾਰ ਕੇ ਲੈ ਆਉਣਗੇ ਹਾਥੀ।
ਉਹਨਾਂ ਚਿਰ ਆਪਾਂ ਇੱਥੇ ਖਲੋਂਦੇ ਹਾਂ। ਕਹਿਓ ਕਿ ਤਬ ਲੋ ਤੀਰ ਚਲਾਵੇ। ਤੇ ਭਾਈ ਰਾਮ ਕੁਇਰ ਸਾਹਿਬ ਜੀ, ਜਿੰਨੇ ਨੂੰ ਹਾਥੀ ਆਉਂਦਾ ਉਹਨੇ ਨੂੰ ਆਪਾਂ ਇੱਥੇ ਤੀਰਅੰਦਾਜ਼ੀ ਕਰ ਲਈਏ। ਇਹ ਗੱਲ ਜਾਂ ਭਾਈ ਰਾਮ ਕੁਇਰ ਸਾਹਿਬ ਜਾਣਦੇ ਨੇ ਵੀ ਉਹਨਾਂ ਦੇ ਮਨ 'ਚ ਸੰਸਾ ਹੈ, ਜਾਂ ਕਲਗੀਧਰ। ਐਸਾ ਨਹੀਂ ਕਿ ਉਹਨੂੰ ਜ਼ਾਹਰ ਕਰਕੇ ਆਪਣੇ ਸੇਵਕ ਦੀ ਹੀਣਤਾ ਹੀ ਨਹੀਂ ਹੋਣ ਦਿੱਤੀ, ਅੰਦਰੋਂ ਅੰਦਰ ਹੀ ਭਰਮ ਨਿਵਾਰ ਦਿੱਤਾ ਹੈ। ਬਾਹਰ ਕਿਸੇ ਦੂਸਰੇ ਸਿੱਖ ਨੂੰ ਭਿਣਕ ਵੀ ਨਹੀਂ ਲੱਗਣ ਦਿੱਤੀ ਵੀ ਕਿਸੇ ਸਿੱਖ ਦੇ ਮਨ 'ਚ ਭਾਈ ਰਾਮ ਕੁਇਰ ਪ੍ਰਤੀ ਸੰਦੇਹ ਨਾ ਆ ਜਾਵੇ ਕਿ ਭਾਈ ਰਾਮ ਕੁਇਰ ਸਾਹਿਬ ਦੇ ਬਾਬਤ ਨਿਰਾਦਰ ਦਾ ਜਾਂ ਹੀਣ ਭਾਵ ਨਾ ਆ ਜਾਵੇ। ਮਹਾਰਾਜ ਜੀ ਕਹਿੰਦੇ, ਭਾਈ ਸਾਹਿਬ ਜੀ, ਜਿੰਨੇ ਨੂੰ ਹਾਥੀ ਆਉਂਦਾ ਹੈ ਉਹਨੇ ਨੂੰ ਆਪਾਂ ਜਰਾ ਤੀਰ ਹੀ ਚਲਾ ਲਈਏ ਇੱਥੇ ਖਲੋ ਕੇ। ਮਹਾਰਾਜ ਜੀ ਖਲੋ ਗਏ। ਕਮਾਨ ਉਹੀ ਜਿਹਨੂੰ ਵੇਖ ਕੇ ਭਾਈ ਸਾਹਿਬ ਦੇ ਮਨ 'ਚ ਸੰਸਾ ਆਇਆ ਸੀ ਵੀ ਇੰਨੀ ਮਜ਼ਬੂਤ ਕਮਾਨ ਤਾਂ ਪਾਂਡਵਾਂ ਦੇ ਸਮੇਂ ਚੱਲਦੀ ਸੀ। ਗੁਰੂ ਸਾਹਿਬ ਨੇ ਖਬਰੇ ਕਿਉਂ ਰੱਖੀ ਹੈ? ਤੇ ਗੁਰੂ ਸਾਹਿਬ ਨੂੰ ਤਾਂ ਉਹ ਕਮਾਨ ਚਲਾਣੀ ਚਾਹੀਦੀ ਹੈ ਜਿਹੜਾ ਉਹਨਾਂ ਦਾ ਸਰੀਰ ਮੰਨੇ ਚਲਾਉਣ ਨੂੰ। ਇਹਦੇ ਤੋਂ ਥੋੜੀ ਜਿਹੀ ਛੋਟੀ ਕਮਾਨ ਰੱਖਣੀ ਚਾਹੀਦੀ ਸੀ। ਇਹ ਭਰਮ ਸੀ ਭਾਈ ਸਾਹਿਬ ਦੇ ਅੰਦਰ। ਮਹਾਰਾਜ ਜੀ ਉਹੀ ਕਮਾਨ ਫੜੀ ਹੋਈ ਹੈ। ਕਹਿੰਦੇ, ਜਿੰਨੇ ਨੂੰ ਹਾਥੀ ਆਉਂਦਾ ਉਹਨੇ ਨੂੰ ਆਪਾਂ ਇਹ ਕਮਾਨ ਚਲਾਉਂਦੇ ਹਾਂ। ਤਿਸੀ ਧਨੁਸ਼ ਕੋਲੇ ਜਗ ਨਾਇਕ। ਉਹੀ ਧਨਕ ਉਹੀ ਕਮਾਨ ਜਗਤ ਨਾਇਕ ਸਤਿਗੁਰਾਂ ਨੇ ਆਪਣੇ ਹੱਥ ਵਿੱਚ ਪਕੜੀ ਹੈ। ਸੰਦਿਓ ਪਨ ਚ ਵਿਖੇ ਖਰ ਸਾਇਕ। ਬੜਾ ਤਿੱਖਾ ਜਿਹਾ ਤੀਰ ਕੱਢ ਕੇ ਮਹਾਰਾਜ ਜੀ ਨੇ ਕਮਾਨ ਦੀ ਤੰਦੀ ਤੇ ਚਾੜਿਆ। ਮੁਸ਼ਟ ਹਾਥ ਸੋ ਗਹਿ ਬੋ ਗਾਡੀ। ਤੇ ਕਮਾਨ ਦਾ ਜਿਹੜਾ ਮੁੱਠਾ ਹੁੰਦਾ ਉਹ ਮਹਾਰਾਜ ਜੀ ਨੇ ਆਪਣੇ ਹੱਥ ਵਿੱਚ ਬੜੀ ਮਜ਼ਬੂਤੀ ਨਾਲ ਪਕੜਿਆ। ਬੂਟੀ ਹਰੀ ਦੂਰ ਇੱਕ ਠਾਂਡੀ। ਵਾਹ ਵਾਹ, ਦੋ ਕੋ ਦੂਰ ਇੱਕ ਬੂਟਾ ਦਿਸਦਾ ਸੀ ਹਰੇ ਰੰਗ ਦਾ ਖੜਿਆ। ਬੂਟੀ ਨਹੀਂ ਹੁੰਦੀ ਜ਼ਮੀਨ ਦੇ ਉੱਤੇ, ਉਹਦਾ ਨਿਸ਼ਾਨਾ ਮਹਾਰਾਜ ਜੀ ਨੇ ਸੇਧਿਆ। ਤਹਿ ਉਦੇਸ਼ ਕਰ ਐਚਨ ਕੀਨਸ। ਭਾਈ ਸਾਹਿਬ ਨੂੰ ਆਖਿਆ, ਭਾਈ ਰਾਮ ਕੁਇਰ ਸਾਹਿਬ, ਉਹ ਜਿਹੜੀ ਬੂਟੀ ਦਿਸਦੀ ਹੈ ਤੀਰ ਦਾ ਨਿਸ਼ਾਨਾ ਉੱਥੇ ਜਾਏਗਾ, ਉੱਥੇ ਆਪਾਂ ਨਿਸ਼ਾਨਾ ਲਾਉਣਾ। ਏਦਾਂ ਕਹਿ ਕੇ ਮਹਾਰਾਜ ਜੀ ਨੇ ਕਮਾਨ ਦੀ ਤੰਦੀ ਤੇ ਚਾੜ ਕੇ ਤੀਰ ਕੰਨਾਂ ਤਾਈਂ ਖਿੱਚਿਆ। ਸਰ ਭਲਕਾ ਲਗ ਪੂਰ ਸੋਲੀਨਸ। ਕਮਾਨ ਦੇ ਵਿੱਚ ਜਦੋਂ ਮਹਾਰਾਜ ਜੀ ਨੇ ਤੀਰ ਖਿੱਚਿਆ ਤੇ ਉਹ ਜਿਹੜੀ ਤੀਰ ਦੀ ਅਗਲੀ ਮੁਖੀ ਹੁੰਦੀ ਨੂੰ ਭਲਕਾ ਕਹਿੰਦੇ, ਮੁਖੀ, ਉਹ ਇੱਕਦਮ ਪਿੱਛੇ ਤੱਕ ਆ ਗਈ। ਯਾਨੀ ਕਿ ਕਮਾਨ ਦਾ ਜਿਹੜਾ ਡੰਡਾ ਹੁੰਦਾ ਨਾ ਉੱਥੇ ਤੱਕ ਆ ਗਈ। ਉਹਦੀ ਤੰਦੀ ਥੋੜੀ ਜਿਹੀ ਖਿੱਚਣੀ ਵੀ ਔਖੀ ਹੁੰਦੀ ਹੈ। ਮਹਾਰਾਜ ਜੀ ਨੇ ਏਦਾਂ ਖਿੱਚੀ ਵੀ ਕੰਨਾਂ ਤੱਕ, ਪਿਛਲੀ ਚੁਟਕੀ ਕੰਨਾਂ ਤੱਕ ਲੱਗ ਗਈ। ਜਿਹੜੀ ਕਮਾਨ ਦੇ ਤੀਰ ਦੀ ਮੁਖੀ ਸੀ ਉਹ ਕਮਾਨ ਦਾ ਜਿਹੜਾ ਡੰਡਾ ਹੁੰਦਾ ਉੱਥੇ ਤੱਕ ਆ ਗਈ। ਐਂਚੇ ਮਹਾ ਚਾਪ ਚਿਰ ਰਾਨੋ। ਜਦੋਂ ਮਹਾਰਾਜ ਜੀ ਨੇ ਖਿੱਚਿਆ ਨਾ ਤੇ ਕਮਾਨ ਦਾ ਜਿਹੜੀ ਲੱਠ ਬੜੀ ਮਜ਼ਬੂਤ ਸੀ ਉਹ ਚਿਰੜ ਚਿਰੜ ਕਰਦੀ ਆ, ਉਹਦੇ ਚੋਂ ਆਵਾਜ਼ ਆਉਂਦੀ ਆ ਏਦਾਂ। ਤਜੇ ਤੀਰ ਉੱਠ ਸ਼ਬਦ ਪਿਆਨੋ। ਜਦੋਂ ਤੰਦੀ ਦੇ ਨਾਲ ਹੀ ਮਹਾਰਾਜ ਜੀ ਨੇ ਤੀਰ ਛੱਡਿਆ ਤੇ ਬੜੀ ਭਿਆਨਕ ਆਵਾਜ਼ ਜਿਵੇਂ ਹੁੰਦੀ ਆ ਨਾ, ਏਦਾਂ ਆਵਾਜ਼ ਸੁਣਾਈ ਦਿੱਤੀ ਤੰਦੀ ਦੇ ਖੜਕਣ ਦੀ। ਹੱਤਿਓ ਨਿਸ਼ਾਨੋ ਗਇਓ ਅਗਾਰੀ। ਤੀਰ ਸ਼ੌਂਕਦਾ ਹੋਇਆ ਗਿਆ ਤੇ ਜਿਹੜਾ ਨਿਸ਼ਾਨਾ ਰੱਖਿਆ ਸੀ ਨਾ ਬੂਟੀ ਦਾ, ਬਿਲਕੁਲ ਉਸੇ ਬੂਟੀ ਦੇ ਵਿੱਚ ਜਾ ਕੇ ਤੀਰ ਵੱਜਾ। ਧਰਨੀ ਧਸਿਓ ਸੋ ਪੰਖ ਨਿਹਾਰੀ। ਔਰ ਉਹ ਤੀਰ ਧਰਤੀ ਦੇ ਵਿੱਚ ਧਸ ਗਿਆ ਤੇ ਤੀਰ ਦੇ ਪਿਛਲੇ ਪਾਸੇ ਜਿਹੜੇ ਖੰਭ ਨੇ ਉਹੀ ਦਿਸਦੇ ਨੇ। ਤੀਰ ਵਿੱਚੇ ਹੀ ਜ਼ਮੀਨ 'ਚ ਗੱਡ ਗਿਆ। ਬਹੁਰ ਬਾਣ ਲੈ ਅਪਰ ਚਲਾਇਓ। ਮਹਾਰਾਜ ਜੀ ਨੇ ਫਿਰ ਦੂਜਾ ਤੀਰ ਵੀ ਚਲਾਇਆ। ਸਹਿਜ ਸੁਭਾਇਕ ਸਬਨ ਦਿਖਾਇਓ। ਤੀਜਾ ਫਿਰ ਚੌਥਾ। ਭਾਈ ਸਾਹਿਬ ਵੇਖੀ ਜਾਣ ਵੀ ਮੈਂ ਸੋਚਦਾ ਸੀ ਵੀ ਇਹਦੀ ਤੰਦੀ ਖਿੱਚਣੀ ਵੀ ਔਖੀ ਹੈ, ਸਤਿਗੁਰੂ ਜੀ ਤੇ ਤੀਰ ਚਲਾਈ ਜਾਂਦੇ ਹਨ। ਵੇਖ ਕੇ ਇੱਕਦਮ ਹੈਰਾਨ ਹੋ ਰਹੇ ਨੇ। ਗੱਜ ਤਿਆਰ ਹੋਏ ਆਇਓ ਨਾ ਜਾਵਦ। ਜਿੰਨਾ ਚਿਰ ਤੱਕ ਹਾਥੀ ਨਹੀਂ ਆਇਆ ਪਿੱਛੋਂ ਤਿਆਰ ਹੋ ਕੇ, ਤੀਰ ਚਲਾਏ ਦਿਖਾਵਦ ਤਾਵਦ। ਉਹਨੇ ਚਿਰ ਤਾਈਂ ਮਹਾਰਾਜ ਜੀ ਤੀਰ ਚਲਾਉਂਦੇ ਰਹੇ, ਤੀਰ ਅੰਦਾਜ਼ੀ ਕਰਦੇ ਰਹੇ, ਖਲੋਤੇ ਨਿਸ਼ਾਨਾ ਸੇਧ ਕੇ ਤੀਰ ਚਲਾਉਂਦੇ ਹਨ। ਦੇਖ ਦੇਖ ਬਿਸਮੈ ਹੋਏ ਰਹੇ। ਭਾਈ ਸਾਹਿਬ ਜੀ ਵੇਖਦੇ ਵੇਖ ਕੇ ਹੈਰਾਨ ਹੁੰਦੇ ਹਨ। ਬਾਪੂ ਅਲਪ ਬਲ ਕਿਮ ਇਨ ਲਏ। ਸੋਚਦੇ ਨੇ ਵੀ ਸਰੀਰ ਭਾਵੇਂ ਛੋਟਾ ਪਰ ਅੰਦਰ ਬਲ ਤਾਂ ਪਤਾ ਹੀ ਨਹੀਂ ਕਿੰਨਾ ਕੁ ਭਰਿਆ ਹੋਇਆ। ਸੋਚਦੇ ਹੁਣ ਸ਼ੰਕਾ ਨਿਕਲਿਆ, ਸ਼ੰਕੇ ਦੀ ਨਿਵਰਤੀ ਹੋ ਗਈ। ਜੋ ਭਰਮ ਆਇਆ ਸੀ ਭਰਮ ਕੱਢ ਦਿੱਤਾ ਸਤਿਗੁਰਾਂ ਨੇ। ਤੇ ਭਾਈ ਸਾਹਿਬ ਵੇਖ ਕੇ ਨਾਲੇ ਹੈਰਾਨ ਹੋਈ ਜਾਣ। ਕਹਿੰਦੇ, ਬਾਪ ਅਲਪ ਬਲ ਕਿਮ ਇਨ ਲਹੇ। ਬਾਪ ਨਾਮ ਸਰੀਰ ਛੋਟਾ ਜਿਹਾ ਹੈ
ਪਰ ਅੰਦਰ ਬਲ ਉਹ ਕਿੰਨਾ ਭਰਿਆ ਹੋਇਆ, ਉਹ ਕਿਵੇਂ ਪ੍ਰਾਪਤ ਹੋਇਆ ਹੈ। RAM ਕੋਇਰ ਨੇ ਜਾਨੀ ਬਾਤ, ਭਾਈ ਰਾਮ ਕੋਇਰ ਸਾਹਿਬ ਜੀ ਸਮਝ ਗਏ, ਜਾਣ ਗਏ। ਹਿਰਦੇ ਬਿਸੂਰਤ ਭਾਬੋ ਪਾਤ, ਆਪਣੇ ਮਨ ਹੀ ਮਨ ਝੂਰਨ ਲੱਗੇ। ਓ ਰਾਮ ਕੋਇਰ, ਓ ਮਨਾ, ਤੂੰ ਕਿਹੜਾ ਭਰਮ ਕੀਤਾ, ਉਹ ਤੂੰ ਕਿਹੜਾ ਸ਼ੰਕਾ ਕਰ ਬੈਠਾ ਸਤਿਗੁਰਾਂ ਤੇ। ਵਿਸ਼ਵ ਰਚਨ ਪਾਲਨ ਸੰਹਾਰ, ਇਹ ਤਾਂ ਉਹ ਸਾਹਿਬ ਨੇ ਜਿਹੜੇ ਪੂਰੇ ਵਿਸ਼ਵ ਨੂੰ ਇੱਕ ਅੱਖ ਦੇ ਫੋਰ ਚ ਪੈਦਾ ਕਰਕੇ ਪਾਲ ਕੇ ਫਿਰ ਸੰਹਾਰ ਵੀ ਕਰ ਦੇਣ ਵਾਲੇ ਹਨ। ਇਹ ਵਿਸ਼ਵ ਦੀ ਰਚਨਾ, ਪਾਲਣਾ ਔਰ ਸੰਹਾਰ ਕਰਨ ਦੀ ਸਮਰੱਥਾ ਰੱਖਣ ਦੇ ਸੁਆਮੀ ਹਨ। ਅਤ ਸ਼ਕਤੀ ਧਰ ਗੁਰੂ ਉਦਾਰ, ਐਸੀ ਅਤ ਸ਼ਕਤੀ ਧਾਰਨ ਕਰਨ ਵਾਲੇ ਉਦਾਰ ਸਤਿਗੁਰੂ ਹਨ। ਜੈ ਸਮ ਜਗ ਮੈਂ ਅਪਰ ਨਾ ਬੀਆ, ਭਾਈ ਸਾਹਿਬ ਦਾ ਹਿਰਦਾ ਕਹਿ ਰਿਹਾ, ਭਾਈ ਰਾਮ ਕੋਇਰ ਸਾਹਿਬ ਦਾ, ਕਿ ਜਿਨ੍ਹਾਂ ਦੇ ਸਮਾਨ ਜਗਤ ਵਿੱਚ ਕੋਈ ਦੂਜਾ ਨਹੀਂ ਹੈ। ਕਹਿੰਦੇ ਕਹੇ ਜਾਵਹਿ ਤੁਮ ਸਰ ਅਵਰ ਨ ਕੋਈ, ਤੁਮ ਸਰ ਅਵਰ ਨ ਕੋਈ, ਤੁਧ ਬਿਨ ਦੂਜਾ ਨਾਹੀ ਕੋਇ। ਮਹਾਰਾਜ ਤੁਹਾਡੇ ਤੁਲ, ਤੁਹਾਡੇ ਮਨਿੰਦ ਇਹ ਸੰਸਾਰ ਵਿੱਚ ਕੀ ਪੂਰੇ ਵਿਸ਼ਵ ਭਰ ਵਿੱਚ ਕੋਈ ਦੂਜਾ ਨਹੀਂ ਹੈ। ਤਿਸ ਮੈਂ ਕਿਮ ਸ਼ੰਕਾ ਕਰਨੀਆ, ਕਹਿੰਦੇ ਉਹਨਾਂ ਦੇ ਉੱਤੇ ਆਪਣੇ ਮਨ 'ਚ ਏਦਾਂ ਦਾ ਸ਼ੰਕਾ ਕਿਉਂ ਕਰਨਾ ਹੋਇਆ ਭਲਾ, ਜਿਨ੍ਹਾਂ ਵਰਗਾ ਕੋਈ ਦੂਜਾ ਨਹੀਂ। ਇੰਦਰ ਆਦ ਜਿਸ ਆਇਸ ਮਾਈ, ਇੰਦਰ ਆਦਿਕ ਦੇਵਤੇ ਵੀ ਇਹਨਾਂ ਦੀ ਆਗਿਆ ਵਿੱਚ ਨੇ, ਇਹਨਾਂ ਦੇ ਹੁਕਮ 'ਚ ਹਨ। ਚਾਹੇ ਸੋ ਕਰੇ ਮੋਰੇ ਕਿਮ ਨਾਈ, ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਜੋ ਇਹ ਕਰਨਾ ਚਾਹਣ ਹੁੰਦਾ ਹੈ ਔਰ ਇਹਨਾਂ ਦੇ ਕੀਤੇ ਨੂੰ ਕੋਈ ਨਹੀਂ ਮੋੜ ਸਕਦਾ। ਇਤਨੇ ਮੈਂ ਹਾਥੀ ਸ਼ੁਭ ਆਇ, ਭਾਈ ਸਾਹਿਬ ਦਾ ਭਰਮ ਨਿਕਲ ਗਿਆ, ਮਨ ਦਾ ਸ਼ੰਕਾ ਨਿਕਲ ਗਿਆ। ਇਹਨੇ ਨੂੰ ਹਾਥੀ ਵੀ ਸ਼ਿੰਗਾਰ ਕੇ ਲਿਆਏ ਸੇਵਾਦਾਰ। ਚੱਲਿਓ ਅਚਲ ਤਿਮ ਸ਼ੋਭ ਸੁਹਾਇਵ, ਬੜਾ ਸੋਹਣਾ ਚੱਲ ਹਾਥੀ ਚੱਲਦਾ ਹੋਇਆ ਆ ਰਿਹਾ, ਮਹਾਰਾਜ ਜੀ ਦੇ ਕੋਲ ਆ ਕੇ ਖਲੋ ਗਿਆ। ਝਾਲਰਦਾਰ ਝੂਲ ਚਮਕੰਤਾ, ਜਿਹਦੇ ਤੇ ਸੋਹਣੀ ਝਾਲਰ ਵਾਲੀ ਝੁੱਲ ਪਾਈ ਹੋਈ ਹਾਥੀ ਦੇ ਉੱਤੇ। ਜ਼ਰੀ ਸਡੋਰ ਪ੍ਰਕਾਸ਼ ਕਰੰਤਾ, ਜ਼ਰੀ ਦੀਆਂ ਡੋਰਾਂ ਨਾਲ ਕਹਿੰਦੇ ਸ਼ੋਭਨੀਕ ਹੋ ਰਿਹਾ, ਹਾਥੀ ਬੜਾ ਸੁੰਦਰ ਸ਼ਿੰਗਾਰਿਆ ਹੋਇਆ। ਘੰਟਨ ਕੋਠਨ ਕਾਰ ਉਠੰਤਾ, ਉਹਦੇ ਗਲ ਦੇ ਵਿੱਚ ਪਾਇਆ ਹੋਇਆ ਜਿਹੜਾ ਘੜਿਆਲ ਹੈ ਉਹ ਖੜਖੜਕਦਾ ਹੈ, ਉਹਦੀ ਆਵਾਜ਼ ਸੁਣਾਈ ਦਿੰਦੀ ਹੈ। ਗਜ ਗਾਹਨ ਸੋ ਅਧਿਕ ਸੁਬੰਤਾ, ਗਜ ਗਾ ਜਿਹੜੀ ਹਾਥੀ ਦੇ ਮੱਥੇ ਦੇ ਉੱਤੇ ਇੱਕ ਫੁੱਲ ਹੁੰਦਾ ਸੋਨੇ ਦਾ, ਉਹ ਸ਼ੋਭਨੀਕ ਹੋ ਰਿਹਾ ਹੈ। ਸਿਰ ਪਰ ਸਿਰੀ ਸੋ ਚਾਮੀ ਕਰ ਕੀ, ਉਹਦੇ ਸਿਰ ਦੇ ਉੱਤੇ ਇੱਕ ਸੋਨੇ ਦੀ ਕਲਗੀ ਵੀ ਹਾਥੀ ਦੇ ਸਿਰ ਤੇ ਲਾਈ ਹੋਈ ਆ, ਬੜੀ ਸੁੰਦਰ। ਮਨੋ ਕਾਮ ਕਾਰੀਗਰ ਕਰ ਕੀ, ਕਹਿੰਦੇ ਮਾਨੋ ਇਹ ਸੁੰਦਰਤਾ ਜਿਹੜੀ ਆ ਕਾਮ ਨੇ ਖੁਦ ਕਾਰੀਗਰ ਬਣ ਕੇ ਆਪ ਕੀਤੀ ਹੈ। ਦੁਤੀ ਕੀ ਹੱਦ ਹੋਦਾ ਬਨ ਰਹੇ ਹੋ, ਕਹਿੰਦੇ ਜਿਹੜਾ ਹੋਦਾ ਹੈ ਹਾਥੀ ਤੇ ਪਾਇਆ ਹੋਇਆ, ਉਹਦੇ ਵਿੱਚ ਸੋਨਾ ਲੱਗਾ ਹੋਇਆ ਤੇ ਉਹ ਪ੍ਰਕਾਸ਼ ਦਾ, ਮਾਨੋ ਉੱਥੇ ਹੀ ਸਾਰੀ ਦੁਤੀ ਸੂਰਜ ਦੀਆਂ ਸਾਰੀਆਂ ਰਿਸ਼ਭਾਂ ਉੱਥੇ ਹੀ ਇਕੱਠੀਆਂ ਹੋ ਰਹੀਆਂ ਹਨ। ਆਇਓ ਨਿਕਟ ਗੁਰੂ ਨੇ ਲਇਓ, ਐਸਾ ਸੁੰਦਰ ਹਾਥੀ ਸਜ ਧਜ ਕੇ ਜਦੋਂ ਮਹਾਰਾਜ ਜੀ ਦੇ ਕੋਲ ਆਇਆ, ਸਤਿਗੁਰੂ ਕਲਗੀਧਰ ਜੀ ਨੇ ਵੇਖਿਆ। ਰਾਮ ਕੋਇਰ ਕੀ ਗਹਿ ਕਰ ਬਾਹੂ, ਭਾਈ ਰਾਮ ਕੋਇਰ ਸਾਹਿਬ ਦੀ ਬਾਹ ਫੜੀ ਹੈ। ਹੁਣ ਜਿਹਦੀ ਬਾਹ ਮੇਰੇ ਸਾਹਿਬ ਨੇ ਫੜੀ ਹੋਵੇ ਉਹਦੀ ਅਵਸਥਾ ਛੋਟੀ ਨਹੀਂ ਹੈ। ਭਾਈ ਰਾਮ ਕੋਇਰ ਸਾਹਿਬ ਦੀ ਬਾਹ ਮਹਾਰਾਜ ਕਲਗੀਧਰ ਜੀ ਨੇ ਪਕੜੀ ਹੈ। ਇਹ ਅਤ ਪਾਸ ਚੜਨ ਕੋ ਤਾਉ, ਤੇ ਨਾਲ ਬਾਹ ਫੜ ਕੇ ਨਾ ਕਹਿੰਦੇ ਆਜੋ ਭਾਈ ਸਾਹਿਬ ਹਾਥੀ ਤੇ ਬੈਠੀਏ। ਹਾਥੀ ਦੇ ਕੋਲ ਭਾਈ ਸਾਹਿਬ ਦੀ ਬਾਹ ਫੜ ਕੇ ਮਹਾਰਾਜ ਜੀ ਲੈ ਗਏ। ਤਬੇ ਮਹਾਵਤ ਗਜ ਬੈਠਾਇਵ, ਮਹਾਵਤ ਨੇ ਹਾਥੀ ਥੱਲੇ ਬਿਠਾ ਦਿੱਤਾ, ਕਿਉਂਕਿ ਥੱਲੇ ਬਿਠਾ ਕੇ ਹਾਥੀ ਤੇ ਸਵਾਰ ਹੋਇਆ ਜਾ ਸਕਦਾ ਸੀ। ਚੜਨ ਏਤ ਗੁਰ ਚਰਨ ਉਠਾਇਵ, ਪਾਤਸ਼ਾਹ ਨੇ ਹਾਥੀ ਤੇ ਚੜਨ ਵਾਸਤੇ ਆਪਣੇ ਚਰਨ ਚੁੱਕੇ ਹਨ। ਕਰ ਧਰ ਰਾਮ ਕੋਇਰ ਕੇ ਕੰਧ, ਅੱਗੇ ਪੌੜੀ ਹੁੰਦੀ ਆ, ਸੁਭਾਵਕ ਪੌੜੀ ਨਹੀਂ ਹੈ। ਮਹਾਰਾਜ ਜੀ ਨੇ ਭਾਈ ਰਾਮ ਕੋਇਰ ਸਾਹਿਬ ਦੇ ਮੋਢੇ ਤੇ ਹੱਥ ਰੱਖਿਆ, ਕਹਿੰਦੇ ਬਾਬਾ ਭਾਈ ਸਾਹਿਬ ਆ ਮੋਢੇ ਦਾ ਥੋੜਾ ਜਿਹਾ ਆਸਰਾ ਜਿਹਾ ਦਿਓ ਤੇ ਅਸੀਂ ਸਵਾਰ ਹੋ ਜਾਈਏ।
ਭਾਈ ਸਾਹਿਬ ਦੇ ਮੋਢੇ ਤੇ ਹੱਥ ਧਰ ਕੇ ਨਾ ਮਹਾਰਾਜ ਜੀ ਹਾਥੀ ਤੇ ਸਵਾਰ ਹੋਣ ਲੱਗੇ ਕਲਗੀਧਰ। ਦੀਨ ਸਪਾਰ ਦੀਨ ਗਨ ਬੰਦ। ਜਦੋਂ ਮੋਢੇ ਤੇ ਹਾਥੀ ਧਰਿਆ, ਕਹਿੰਦੇ ਜਿੰਨਾ ਵਜਨ ਹੁੰਦਾ ਨਾ ਤਰਲੋਕੀ ਦਾ, ਉਹ ਵਜਨ ਮਹਾਰਾਜ ਜੀ ਨੇ ਭਾਈ ਸਾਹਿਬ ਭਾਈ ਰਾਮ ਕੁੰਵਰ ਸਾਹਿਬ ਦੇ ਮੋਢੇ ਤੇ ਪਾ ਦਿੱਤਾ। ਲੱਖੋ ਮਣ ਕੋ ਧਰ ਕਰ ਭਾਰੇ। ਕਹਿੰਦੇ ਲੱਖਾਂ ਕਰੋੜਾਂ ਮਣ ਦਾ ਵਜਨ ਜਿਹੜਾ ਹੁੰਦਾ ਨਾ ਧਰਤੀ ਦਾ, ਉਹ ਸਾਰਾ ਹੀ ਭਾਰ ਭਾਈ ਰਾਮ ਕੁੰਵਰ ਸਾਹਿਬ ਦੇ ਮੋਢੇ ਤੇ ਪਾ ਦਿੱਤਾ। ਬੁੱਢੇ ਅੰਸ ਬਿਨਾ ਕੋ ਤਾਰੇ। ਖਾਲਸਾ ਜੀ ਜਿੰਨਾ ਵਜਨ ਮਹਾਰਾਜ ਜੀ ਨੇ ਪਾਇਆ, ਇਹ ਬਾਬੇ ਬੁੱਢੇ ਦੀ ਅੰਸ਼ ਸੀ, ਤਾਂ ਉਸ ਵਜਨ ਨੂੰ ਸਹਾਰ ਗਏ। ਜੇ ਕਿਤੇ ਕੋਈ ਆਮ ਬੰਦਾ ਹੁੰਦਾ ਤੇ ਪਤਾਲ ਦੇ ਵਿੱਚ ਧਸ ਜਾਂਦਾ। ਜਿੰਨਾ ਵਜਨ ਜਿੰਨਾ ਭਾਰ ਮੇਰੇ ਪਾਤਸ਼ਾਹ ਨੇ ਪਾਇਆ, ਵੇਖੋ ਕਿੰਨੇ ਕਮਾਲ ਦੇ ਵਚਨ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਕਹਿੰਦੇ ਬਾਬੇ ਬੁੱਢੇ ਦੀ ਅੰਸ਼ ਸੀ, ਤਾਂ ਇੰਨਾ ਭਾਰ ਸਹਾਰ ਗਏ। ਅਪਰ ਜੇ ਹੋਤ ਜਾਤ ਮਿਲ ਮਾਟੀ। ਕਹਿੰਦੇ ਜੇ ਕੋਈ ਹੋਰ ਹੁੰਦਾ ਤੇ ਉਹ ਮਿੱਟੀ 'ਚ ਪਤਾਲ 'ਚ ਥੱਲੇ ਗਰਕ ਹੋ ਜਾਂਦਾ, ਵਿੱਚ ਹੀ ਸਮਾ ਜਾਂਦਾ। ਉਰ ਸੰਦੇ ਤਿਸ ਕੀ ਨਸ ਕਾਟੀ। ਜਿੰਨਾ ਸੰਦੇਹ ਸੀ ਭਾਈ ਸਾਹਿਬ ਦੇ ਮਨ ਦਾ, ਉਹ ਸੰਦੇਹ ਕੱਟ ਕੇ ਹਿਰਦਾ ਬਿਲਕੁਲ ਨਿਰਮਲ ਕਰ ਦਿੱਤਾ ਮੇਰੇ ਸਤਿਗੁਰੂ ਜੀ ਨੇ। ਥਿਬੇ ਪੈਰ ਚਲਬੇ ਜਬ ਲਾਗਾ। ਤੇ ਜਦੋਂ ਮਹਾਰਾਜ ਜੀ ਬੈਠੇ ਨਾ ਉੱਤੇ, ਤੇ ਪੈਰ ਥੋੜੇ ਜਿਹੇ ਹਿੱਲੇ ਜੇ ਭਾਈ ਸਾਹਿਬ ਦੇ ਵਜਨ ਦੇ ਨਾਲ, ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੜੋ ਸੰਗ ਸ਼੍ਰੀ ਮੁਖ ਕਯੋ ਤਾਏ। ਆਖਿਆ ਇਸ਼ਾਰਾ ਕਰਕੇ, ਭਾਈ ਰਾਮ ਕੁੰਵਰ ਜੀ ਆ ਜਾਓ ਸਾਡੇ ਨਾਲ, ਤੁਸੀਂ ਵੀ ਅਹੁਦੇ ਦੇ ਵਿੱਚ ਬੈਠੋ। ਹਾਥ ਜੋਰ ਬਿਨਤੀ ਤਵ ਠਾਨੀ। ਭਾਈ ਸਾਹਿਬ ਪਿੱਛੇ ਨੂੰ ਹਟਣ ਲੱਗੇ। ਮਹਾਰਾਜ ਜੀ ਕਹਿੰਦੇ ਨਹੀਂ ਭਾਈ ਸਾਹਿਬ ਆ ਜਾਓ, ਤੁਸੀਂ ਵੀ ਸਾਡੇ ਨਾਲ ਬੈਠੋ ਹਾਥੀ ਦੇ ਉੱਤੇ। ਤੇ ਅੱਗੋਂ ਭਾਈ ਸਾਹਿਬ ਨੇ ਬੜੀ ਬੇਨਿਮਰਤਾ ਨਾਲ ਹੱਥ ਜੋੜੇ, ਹੱਥ ਜੋੜ ਕੇ ਬੇਨਤੀ ਕਰਕੇ ਕਹਿਣ ਲੱਗੇ, ਜਗਤ ਖਾਨੀ ਕੇ ਤੁਮ ਸੁਆਮੀ। ਮਹਾਰਾਜ ਜਗਤ ਦੀਆਂ ਜਿੰਨੀਆਂ ਖਾਣੀਆਂ ਨੇ, 4 ਖਾਣੀਆਂ ਨੇ, ਚੌਹਾਂ ਤੋਂ ਉਤਪਤੀ ਹੁੰਦੀ ਹੈ। ਉਹਨਾਂ 4 ਖਾਣੀਆਂ ਦੇ ਸੁਆਮੀ, 4 ਖਾਣੀਆਂ ਦੇ ਮਾਲਕ ਹੇ ਮੇਰੇ ਸਤਿਗੁਰੂ ਜੀ ਤੁਸੀਂ ਹੋ। ਸਮ ਬੈਠਬ ਕੋ ਉਚਿਤ ਨ ਮੋਈ। ਮੇਰੇ 'ਚ ਕੀ ਮਜਾਲ ਕਿ ਮੈਂ ਤੁਹਾਡੇ ਬਰਾਬਰ ਬੈਠ ਸਕਾਂ। ਇਹ ਹੈ ਨਿਮਰਤਾ, ਇਹ ਆ ਅਤ ਦੀ ਹਲੀਮੀ। ਕਹਿੰਦੇ ਮੇਰੇ 'ਚ ਕਿੰਨੀ ਇੰਨਾ, ਮੇਰੀ ਕੀ ਸਮਰੱਥਾ ਹੈ ਮਹਾਰਾਜ ਕਿ ਮੈਂ ਤੁਹਾਡੇ ਬਰਾਬਰ ਬੈਠ ਸਕਾਂ। ਮਹਾ ਅਵਗਿਆ ਮੁਝ ਤੇ ਹੋਈ। ਮਹਾਰਾਜ ਬਖਸ਼ ਲੋ, ਬਖਸ਼ ਲੋ, ਮੇਰੇ ਕੋਲੋਂ ਤੁਹਾਡੀ ਬੜੀ ਵੱਡੀ ਅਵਗਿਆ ਹੋ ਗਈ ਹੈ। ਭਾਈ ਸਾਹਿਬ ਤਰਲਾ ਕਰਦੇ ਆ, ਹੁਣ ਗੁਰੂ ਬਖਸ਼ੇ ਤਾਂ ਰਿਹਾ ਜਾ ਸਕਦਾ, ਆਪਣੇ ਬਲ ਨਾਲ ਨਹੀਂ। ਇਹ ਜਾਣ ਲੈਣਾ ਚਾਹੀਦਾ। ਇੱਥੇ ਭਾਈ ਸਾਹਿਬ ਤਾਂ ਪਹੁੰਚੇ ਹੋਏ ਨੇ, ਸਾਡੇ ਵਾਸਤੇ ਪ੍ਰੇਰਨਾ ਕਿ ਸਿੱਖੋ ਗੁਰੂ ਸਾਹਿਬ ਰੱਖਣ ਤਾਂ ਰਹਿ ਸਕਦੇ ਹਾਂ। ਇਸ ਕਰਕੇ ਸਾਨੂੰ ਅਰਜ਼ੋਈਆਂ ਹੀ ਕਰਨੀਆਂ ਚਾਹੀਦੀਆਂ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ ਰਾਖ ਲਿਓ। ਹਮ ਤੇ ਬਿਗਰੀ ਸੀਲ ਧਰਮ ਜਪ ਭਗਤ ਨਾ ਕੀਨੀ। ਹੋ ਬਮਾਨ ਢੇਡ ਪਗਰੀ। ਮਹਾਰਾਜ ਰੱਖ ਲੋ, ਰੱਖੇ ਰੱਖਣ ਹਾਰ। ਮਹਾਰਾਜ ਜੀ ਰੱਖ ਲੋ, ਆਪ ਉਭਾਰਿਆਨ। ਭਾਈ ਸਾਹਿਬ ਨੇ ਹੱਥ ਜੋੜੇ, ਬੇਨਤੀ ਕਰਕੇ ਕਹਿੰਦੇ ਆ, ਮਹਾਰਾਜ ਬਖਸ਼ ਲੋ, ਮੇਰੇ ਕੋਲੋਂ ਤੁਹਾਡੀ ਬੜੀ ਵੱਡੀ ਭਾਰੀ ਅਵਗਿਆ ਹੋਈ ਹੈ। ਸੁਨ ਮੁਸਕਾਨੇ ਬਾਕ ਬਖਾਨਾ। ਮਹਾਰਾਜ ਜੀ ਮੁਸਕਰਾ ਪਏ ਸੁਣ ਕੇ। ਮੁਸਕਰਾ ਕੇ ਪਾਤਸ਼ਾਹ ਬੋਲੇ, ਆਓ ਆਓ ਬੈਠੋ ਇਸ ਥਾਨਾ। ਮਹਾਰਾਜ ਜੀ ਕਹਿੰਦੇ ਆਓ ਆਓ। ਨਹੀਂ ਭਾਈ ਰਾਮ ਕੁੰਵਰ ਸਾਹਿਬ ਏਦਾਂ ਨਾ ਕਹੋ, ਆ ਜਾਓ ਆ ਜਾਓ ਤੁਸੀਂ। ਏਦਾਂ ਜਿਵੇਂ ਮਹਾਰਾਜ ਜੀ, ਨਾ ਨਾ ਏਦਾਂ ਨਾ ਆਖੋ ਤੁਸੀਂ, ਏਦਾਂ ਨਾ ਕੋਈ ਬੋਲ ਕਹੋ। ਆ ਜਾਓ ਤੁਸੀਂ, ਛੇਤੀ ਆਓ ਸਾਡੇ ਕੋਲ। ਕਹਿ ਬੋ ਬਾਰ ਅਰੂੜਨ ਕੀਨਾ। ਏਦਾਂ ਮਹਾਰਾਜ ਭਾਈ ਸਾਹਿਬ ਕਹਿੰਦੇ ਨਹੀਂ ਮਹਾਰਾਜ। ਮਹਾਰਾਜ ਜੀ ਕਹਿੰਦੇ ਨਹੀਂ ਸਾਡਾ ਹੁਕਮ ਹੈ, ਆ ਜਾਓ ਤੁਸੀਂ ਸਾਡੇ ਨਾਲ ਬੈਠੋ। ਏਦਾਂ ਕਹਿ ਕੇ ਮਹਾਰਾਜ ਜੀ ਨੇ ਭਾਈ ਰਾਮ ਕੁੰਵਰ ਸਾਹਿਬ ਨੂੰ ਆਪਣੇ ਨਾਲ ਬਿਠਾਇਆ। ਚਲੇ ਪੰਥ ਗੁਰ ਕਹਿਤ ਪ੍ਰਬੀਨਾ। ਤੇ ਹਾਥੀ ਦੀ ਅੰਬਾਰੀ 'ਚ ਮੇਰੇ ਸਾਹਿਬ ਵੀ ਬੈਠੇ, ਪਿਛਲੇ ਪਾਸੇ ਨਾਲ ਭਾਈ ਰਾਮ ਕੁੰਵਰ ਸਾਹਿਬ ਜੀ ਬੈਠੇ ਐ। ਤੇ ਮਹਾਰਾਜ ਜੀ ਬਚਨ ਕਰਦੇ ਜਾ ਰਹੇ ਭਾਈ ਰਾਮ ਕੁੰਵਰ ਜੀ ਦੇ ਨਾਲ। ਸਿੱਖੀ ਕੇ ਸਤੰਭ ਗਿਰ ਜੈਸੇ। ਕਹਿੰਦੇ ਜਿਵੇਂ ਕੋਈ ਸਿੱਖੀ ਦਾ ਬੜਾ ਵੱਡਾ ਥੰਮ ਹੁੰਦਾ ਨਾ,
ਏਦਾਂ ਭਾਈ ਰਾਮ ਕੋਇਰ ਸਾਹਿਬ ਦਿਸਦੇ ਹਨ। ਮਾਇਆ ਬਾਏ ਪਾਏ ਕਰ ਐਸੇ, ਕਹਿੰਦੇ ਜਦੋਂ ਮਾਇਆ ਦੀ ਹਵਾ ਚੱਲੀ, ਸ਼ਰਧਾ ਥਿਰਤਾ ਤੇ ਚੱਲ ਪਰੇ, ਉਸ ਸ਼ਰਧਾ ਦੀ ਥਿਰਤਾ ਤੋਂ ਬਿਨਾਂ ਚਲਾਏਮਾਨ ਹੋ ਗਏ। ਕਉ ਅਪਰ ਕਿਆ ਗਿਣਤੀ ਕਰੇ। ਤੇ ਇੱਥੇ ਸਮਝ ਲੈਣਾ ਚਾਹੀਦਾ ਹੈ, ਜਿਨ੍ਹਾਂ ਨੂੰ ਸਿੱਖੀ ਦਾ ਥੰਮ ਕਿਹਾ ਜਾਂਦਾ, ਭਾਈ ਰਾਮ ਕੋਇਰ ਸਾਹਿਬ ਗੁਰੂ ਸਾਹਿਬ ਦੀ ਮਾਇਆ ਵਰਤੀ ਤੇ ਸ਼ਰਧਾ ਛੱਡ ਕੇ ਉਹ ਵੀ ਇੱਕਦਮ ਭਰਮ ਗਏ। ਤੇ ਸਾਡੇ ਵਰਗਿਆਂ ਦੀ ਤਾਂ ਦਸ਼ਾ ਹੀ ਕੀ ਹੈ, ਅਸੀਂ ਤਾਂ ਨਾ 3 ਚ ਨਾ 13 ਵਿੱਚ। ਅਸੀਂ ਕਾਹਦਾ ਮਾਣ ਚੁੱਕੀ ਫਿਰਦੇ ਆ, ਮੈਂ ਬੜਾ ਵੱਡਾ ਸਿੱਖ ਹਾਂ, ਮੈਂ ਬੜਾ ਵੱਡਾ ਨਿਤਨੇਮੀ ਹਾਂ, ਮੇਰੇ ਜਿੰਨੀ ਬਾਣੀ ਕੌਣ ਪੜਦਾ, ਮੈਂ ਬੜਾ ਸੱਚਾ ਸੁੱਚਾ। ਗਰੂਰ ਚੁੱਕੀ ਫਿਰਦੇ ਆ ਨਾ ਹਿਰਦੇ ਚ। ਭਾਈ ਸਾਹਿਬ ਦੀ ਇਸ ਸਾਖੀ ਤੋਂ ਵਿਥਿਆ ਸਾਨੂੰ ਸਿੱਖਣੀ ਚਾਹੀਦੀ ਹੈ ਵੀ ਏਡੇ ਵੱਡੇ ਮਹਾਨ ਸਿੱਖ ਜੇ ਮਹਾਰਾਜ ਉਹਨਾਂ ਨੂੰ ਭਰਮਾ ਸਕਦੇ ਆਪਣੀ ਮਾਇਆ ਨਾਲ, ਉਹ ਵੀ ਸ਼ਰਧਾ ਵੀ ਹੋਣੇ ਹੋ ਸਕਦੇ ਇੱਕਦਮ, ਤੇ ਸਾਡੀ ਕੀ ਗਿਣਤੀ ਹੈ। ਹਾਂਜੀ, ਲਾਜ ਭਾਰ ਤੇ ਨਮਰੀ ਹੋਵਾ। ਭਾਈ ਸਾਹਿਬ ਇੰਨੇ ਸ਼ਰਮਸਾਰ ਹੋ ਕੇ ਬੈਠੇ ਆ ਸਤਿਗੁਰਾਂ ਦੇ ਸਾਹਮਣੇ, ਸਿਰ ਨਹੀਂ ਉੱਤੇ ਚੱਕਦੇ, ਅੱਖਾਂ ਨਹੀਂ ਉੱਤੇ ਚੁੱਕਦੇ, ਉਸ ਲਾਜ ਦੇ ਭਾਰ ਥੱਲੇ ਦੱਬੇ ਹੋਏ ਹਨ। ਰਾਮ ਕੋਇਰ ਨੇ ਊਚੋ ਜੋਵਾ, ਸਿਰ ਚੱਕ ਕੇ ਉੱਤੇ ਨਹੀਂ ਵੇਖਿਆ, ਮਹਾਰਾਜ ਜੀ ਵੱਲ ਨਹੀਂ ਤੱਕਿਆ। ਸੁਨੋ ਨਾਥ ਤਵ ਪਰ ਬਲ ਮਾਇਆ, ਸਗੋਂ ਸਿਰ ਏਦਾਂ ਹੀ ਨੀਵਾਂ, ਹੱਥ ਜੁੜੇ ਹੋਏ, ਕਹਿੰਦੇ ਹੇ ਨਾਥ, ਹੇ ਜਗਤਨਾਥ, ਹੇ ਸੁਆਮੀ, ਹੇ ਗੋਪਾਲ, ਹੇ ਦਇਆਲ, ਮਹਾਰਾਜ ਸੁਣੋ। ਸੁਨੋ ਨਾਥ ਤੋ ਪਰ ਬਲ ਮਾਇਆ, ਮਹਾਰਾਜ ਤੁਹਾਡੀ ਮਾਇਆ ਬੜੀ ਬਲਵਾਨ ਹੈ। ਏਦਾਂ ਹੱਥ ਜੁੜੇ ਹੋਏ, ਸਿਰ ਨੀਵਾਂ, ਮਾਨੋ ਲਾਜ ਦੇ ਭਾਰ ਥੱਲੇ ਸਿਰ ਨੀਵਾਂ ਹੋ ਰਿਹਾ ਹੈ, ਤੇ ਹੱਥ ਜੋੜ ਕੇ ਕਹਿੰਦੇ ਹੈ ਜਗਤਨਾਥ ਸੁਆਮੀ, ਤੁਹਾਡੀ ਮਾਇਆ ਬੜੀ ਬਲਵਾਨ ਹੈ, ਤੁਹਾਡੀ ਮਾਇਆ ਬੜੀ ਪ੍ਰਬਲ ਹੈ। ਬ੍ਰਹਮਾਦਿਕ ਜਿਸਨੇ ਪਰਮਾਇਆ, ਇੰਨੀ ਪ੍ਰਬਲ ਹੈ ਕਿ ਬ੍ਰਹਮਾਦਿਕ ਦੇਵਤਿਆਂ ਨੂੰ ਵੀ ਇਹ ਮਾਇਆ ਭਰਮਾ ਲਵੇ। ਭਏ ਗੋਪਾਲ ਆਪ ਜਬ ਆਛੇ, ਸੁਣਿਆ ਦੁਆਪਰ ਯੁੱਗ ਚ ਜਦੋਂ ਭਗਵਾਨ ਕ੍ਰਿਸ਼ਨ ਜੀ ਹੋਏ, ਹਰ ਲੈ ਗਇਓ ਗੋਪ ਸਿਸ ਪਾਛੇ, ਤੇ ਕਹਿੰਦੇ ਉਸ ਵਕਤ ਬ੍ਰਹਮਾ ਜੀ ਚੋਰ ਬਣ ਕੇ ਆਏ ਤੇ ਗਵਾਲਿਆਂ ਦੀਆਂ ਜਿਹੜੀਆਂ ਗਊਆਂ ਦੇ ਬਛੜੇ ਸਨ ਉਹਨਾਂ ਨੂੰ ਹਰ ਕੇ ਲੈ ਗਏ। ਕ੍ਰਿਸ਼ਨ ਅਵਤਾਰ ਚ ਕਲਗੀਧਰ ਦੇ ਕਥਾ ਲਿਖੀ ਹੈ। ਅਪਰ ਲਿਏ ਰਚ ਨਾਇਨ ਜਾਣੇ, ਤੇ ਹੋਰ ਆਪਣੇ ਹੀ ਰਚ ਲਏ ਭਗਵਾਨ ਜੀ ਨੇ, ਉਹ ਤਾਂ ਬ੍ਰਹਮਾ ਜੀ ਲੈ ਕੇ ਵੇਖਦੇ ਆ ਕਿਵੇਂ ਹੁਣ ਬਣਾਉਣਗੇ ਬਛੜੇ। ਦੁੱਧ ਜਿਵੇਂ ਗਊਆਂ ਨੇ ਦੁੱਧ ਕਿੱਥੇ ਦੇਣਾ ਸੀ ਜਦੋਂ ਬਛੜੇ ਲੈ ਗਏ। ਕਹਿੰਦੇ ਉਸ ਵੇਲੇ ਕ੍ਰਿਸ਼ਨ ਜੀ ਨੇ ਹੋਰ ਰਚ ਲਏ ਵੱਖਰੇ, ਉਹਨਾਂ ਦੇ ਬਛੜੇ ਹੋਰ ਵੱਖਰੇ ਬਣਾ ਲਏ। ਤਬ ਸ਼੍ਰੀ ਕ੍ਰਿਸ਼ਨ ਰੂਪ ਹਰ ਮਾਨੇ, ਬ੍ਰਹਮਾ ਜੀ ਤਾਂ ਕਹਿੰਦੇ ਸੀ ਵੀ ਸਿਰਜਣਹਾਰ ਮੈਂ ਆ, ਮੈਂ ਹੀ ਬਣਾ ਸਕਦਾ, ਪਰ ਜਦੋਂ ਕ੍ਰਿਸ਼ਨ ਜੀ ਨੇ ਵੱਖਰੇ ਆਪਣੇ ਰਚ ਲਏ, ਫਿਰ ਇੱਕਦਮ ਉਹ ਵੀ ਆਖਿਆਣ ਲੱਗਾ ਵੀ ਇਹ ਤਾਂ ਆਪ ਮੇਰੇ ਵੀ ਸਿਰਜਣਹਾਰ ਨੇ। ਤੋ ਇਸ ਪ੍ਰਕਾਰ ਨਾਲ ਉਹਨਾਂ ਨੇ ਸਿਰਜਣਹਾਰ ਜਾਣਿਆ। ਬ੍ਰਹਮਾ ਜੀ ਵੀ ਏਦਾਂ ਭਰਮ ਗਏ ਸਨ ਮਾਇਆ ਕਰਕੇ। ਅਸ ਮਾਇਆ ਤੇ ਆਪ ਬਚਾਓ, ਮਹਾਰਾਜ ਅਸੀਂ ਤਾਂ ਤੁੱਛ ਜੇ ਜੀਵ ਹਾਂ, ਇਹੋ ਜੀ ਜਿਹੜੀ ਤੁਹਾਡੀ ਪ੍ਰਬਲ ਮਾਇਆ ਹੈ ਇਹਦੇ ਤੋਂ ਹੀ ਬਚਦਾ ਜਿਹਨੂੰ ਤੁਸੀਂ ਆਪ ਕਿਰਪਾ ਕਰਕੇ ਬਚਾਉਂਦੇ ਹੋ। ਰਾਖੋ ਨਿਸ਼ਚਾ ਨਹੀਂ ਡੁਲਾਵੋ, ਮਹਾਰਾਜ ਕਿਰਪਾ ਕਰੋ ਮੇਰਾ ਨਿਸ਼ਚਾ ਆਪਣੇ ਚਰਨਾਂ 'ਚ ਰੱਖੋ, ਇਹ ਨਿਸ਼ਚਾ ਕਦੇ ਹਿਰਦੇ 'ਚੋਂ ਡਾਵਾਂ ਡੋਲ ਨਾ ਹੋਵੇ। ਬ੍ਰਹਮਾਦਿਕ ਪਰਮੇ ਜਬ ਐਸੇ, ਜਦੋਂ ਬ੍ਰਹਮਾ ਆਦਿਕ ਦੇਵਤੇ ਇਸ ਤਰ੍ਹਾਂ ਭਰਮ ਗਏ, ਹਮ ਜੈਸਨ ਕੀ ਗਿਣਤੀ ਕੈਸੇ। ਮਹਾਰਾਜ ਫਿਰ ਸਾਡੇ ਵਰਗਿਆਂ ਦੀ ਤਾਂ ਗਿਣਤੀ ਕੀ ਹੈ। ਰਾਵਰ ਨੇ ਨਿਜ ਬਿਰਦ ਸੰਭਾਲਾ, ਮਹਾਰਾਜ ਇਹ ਤਾਂ ਤੁਸੀਂ ਤਰਸ ਕੀਤਾ, ਆਪਣਾ ਬਿਰਦ ਸੰਭਾਲਿਆ ਹੈ। ਔਰ ਬੇਕਾਰ ਮਮ ਦੂਰ ਬਿਦਾਰਾ, ਮੇਰੇ ਮਨ ਦਾ ਵਿਕਾਰ ਦੂਰ ਕਰ ਦਿੱਤਾ ਸਤਿਗੁਰੂ ਜੀ ਤਰਸ ਕਰਕੇ।
ਭਈ ਜਥਾ ਪਾਖੀ ਏਉ ਤਥਾ। ਮਹਾਰਾਜ ਭਾਈ ਸਾਹਿਬ ਭਾਈ ਰਾਮ ਕੁਇਰ ਜੀ ਆਪ ਸੁਣਾ ਰਹੇ ਸਾਰੀ ਕਥਾ। ਕਹਿੰਦੇ ਜਿਵੇਂ ਮੇਰੇ ਨਾਲ ਹੋਈ ਹੈ ਮੈਂ ਉਸੇ ਤਰ੍ਹਾਂ ਸੁਣਾ ਰਿਹਾ। ਅਗਰ ਕਉ ਕਿਛ ਇਨਕੀ ਕਥਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹੁਣ ਮੈਂ ਭਾਈ ਸਾਹਿਬ ਦੀ ਕੁਝ ਕਥਾ ਹੋਰ ਅੱਗੇ ਕਹਿੰਦਾ ਹਾਂ, ਸੁਣੋ। ਇੱਕ ਦਿਨ ਬੈਠੇ ਲਗਿਓ ਦੀਵਾਨ। ਇੱਕ ਦਿਨ ਭਾਈ ਸਾਹਿਬ ਮਹਾਰਾਜ ਜੀ ਦੇ ਕੋਲ ਬੈਠੇ, ਕਲਗੀਧਰ ਜੀ ਦੇ ਕੋਲ, ਤੇ ਦੀਵਾਨ ਸਜਿਆ ਹੋਇਆ ਜਿਵੇਂ ਆ ਹੁਣ ਸਜਿਆ ਹੋਇਆ। ਰਾਮ ਕੋਇਰ ਗੁਰ ਨਿਕਟ ਸੁਜਾਨ। ਭਾਈ ਰਾਮ ਕੁਇਰ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕੋਲ ਬੈਠੇ ਹਨ। ਚੌਂ ਦਿਸ਼ ਥੇਰਿਓ ਖਾਲਸਾ ਤਬੇ। ਚਾਰੇ ਪਾਸੇ ਦੂਰ ਦੂਰ ਤੱਕ ਖਾਲਸਾ ਸੁਭਾਏ ਬਾਨ ਹੈ। ਦਰਸ਼ਨ ਲੇਤੇ ਆਨੰਦਤ ਸਬੇ। ਸਾਰੇ ਦਰਸ਼ਨ ਕਰਕੇ ਆਨੰਦ ਮਾਣ ਰਹੇ ਹਨ। ਰਿੱਧ ਬੰਸ ਪਰ ਖੁਸ਼ੀ ਮਾਨੀ। ਬਾਬੇ ਬੁੱਢੇ ਦੀ ਸੰਸ ਤੇ ਗੁਰੂ ਕਲਗੀਧਰ ਜੀ ਬੜੇ ਹੀ ਪ੍ਰਸੰਨ ਨੇ, ਬੜੇ ਹੀ ਖੁਸ਼ ਨੇ। ਕਰੇ ਸਦਾ ਗੁਰ ਸਭ ਮਨ ਜਾਨੀ। ਸਾਰੇ ਸਿੱਖਾਂ ਨੇ ਜਾਣਿਆ ਕਿ ਸਤਿਗੁਰੂ ਜੀ ਇਹਨਾਂ ਤੇ ਬਹੁਤ ਖੁਸ਼ ਨੇ। ਭਾਈ ਰਾਮ ਕੁਇਰ ਸਾਹਿਬ ਤੇ ਬਹੁਤ ਪ੍ਰਸੰਨ ਹਨ। ਜਬ ਕਬ ਸੰਗਤ ਚੱਲ ਕਰ ਆਵੇ। ਜਦੋਂ ਕਦੇ ਸੰਗਤ ਚੱਲ ਕੇ ਆਉਂਦੀ ਹੈ, ਦਰਸ਼ਨ ਕਰ ਅਕੋਰ ਅਰ ਪਾਵੇ। ਸਤਿਗੁਰਾਂ ਦੇ ਚਰਨਾਂ 'ਚ ਦਰਸ਼ਨ ਕਰਕੇ ਭੇਟਾਵਾਂ ਅਰਪਣ ਕਰਦੇ ਹਨ। ਸਭ ਕਲਗੀਧਰ ਦੇ ਉਪਦੇਸ਼। ਕਲਗੀਧਰ ਪਾਤਸ਼ਾਹ ਜੀ ਆਈ ਹੋਈ ਸਾਰੀ ਸੰਗਤ ਨੂੰ ਉਪਦੇਸ਼ ਦਿੰਦੇ ਹਨ। ਪਹਿਰਤ ਕਾਛ ਰਖੋ ਸਿਰ ਕੇਸ਼। ਮਹਾਰਾਜ ਜੀ ਹੁਕਮ ਕਰਦੇ ਆ, ਸਿੱਖੋ ਤੇੜ ਕਛਹਿਰਾ ਤੇ ਸਿਰ ਤੇ ਕੇਸ ਧਾਰਨ ਕਰਨੇ ਹਨ। ਖੰਡੇ ਕੀ ਪਾਉ ਲਿਆ ਬਲੀਜੈ। ਤੇ ਖੰਡੇ ਦੀ ਪੌਲ ਛਕ ਕੇ ਤਿਆਰ ਬਰ ਤਿਆਰ ਹੋਣਾ, ਸਿੰਘ ਸਜਣਾ ਹੈ। ਰਹਿਤ ਸਹਿਤੋਏ ਸ਼ਸਤਰ ਰਖੀਜੈ। ਤੇ ਰਹਿਤ ਸਹਿਤ ਹੋ ਕੇ ਸ਼ਸਤਰ ਧਾਰੀ ਹੋ ਕੇ ਰਹਿਣਾ। ਕੇਤਕ ਸਿੰਘ ਵਿਚਾਰ ਤਰੈ। ਸਾਰਿਆਂ ਨੂੰ ਮਹਾਰਾਜ ਇਹ ਉਪਦੇਸ਼ ਦਿੰਦੇ। ਕਈ ਸਿੰਘ ਆਪਸ ਵਿੱਚ ਵਿਚਾਰ ਕਰਨ ਲੱਗੇ। ਰਿੱਧ ਬੰਸ ਕੋ ਗੁਰ ਨੇ ਕਹੇ। ਗੁਰੂ ਸਾਹਿਬ ਬਾਕੀ ਤਾਂ ਸਾਰਿਆਂ ਨੂੰ ਕਹਿੰਦੇ ਆ, ਪਰ ਭਾਈ ਰਾਮ ਕੁਇਰ ਨੂੰ ਨਹੀਂ ਕਦੇ ਕਹਿੰਦੇ ਵੀ ਰਾਮ ਕੁਇਰ ਤੂੰ ਵੀ ਅੰਮ੍ਰਿਤ ਛਕ ਲੈ, ਤੂੰ ਵੀ ਤੇੜ ਕਛਹਿਰਾ ਧਾਰਨ ਕਰਿਆ ਕਰ। ਭਾਈ ਸਾਹਿਬ ਜੀ ਇੱਕ ਚਾਦਰਾ ਲਾਇਆ ਕਰਦੇ ਸੀ ਭਾਈ ਰਾਮ ਕੁਇਰ ਸਾਹਿਬ। ਤੇ ਸਿੰਘਾਂ ਦੇ ਮਨ 'ਚ ਨਾ ਜਿਵੇਂ ਆ ਜਾਂਦੀ ਆ ਵਿਚਾਰ ਵੀ ਬਾਕੀ ਤਾਂ ਸਾਰਿਆਂ ਨੂੰ ਕਹਿੰਦੇ ਆ ਵੀ ਕਦੇ ਭਾਈ ਰਾਮ ਕੁਇਰ ਨੂੰ ਨਹੀਂ ਆਖਿਆ ਵੀ ਤੁਸੀਂ ਵੀ ਖੰਡੇ ਦੀ ਪੌਲ ਛਕ ਲਓ। ਸਿਰ ਪਰ ਕੇਸ਼ ਨਹੀਂ ਰਖਵਾਏ। ਇਹਨਾਂ ਨੂੰ ਨਹੀਂ ਕਹਿੰਦੇ ਵੀ ਤੁਸੀਂ ਕੇਸਾ ਧਾਰੀ ਹੋ ਕੇ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਰਹੋ। ਪਹਿਰੇ ਚੀਰਾ ਨਹੀਂ ਹਟਾਏ। ਤੇ ਜਿਹੜਾ ਇਹ ਚੀਰਾ ਪਹਿਨਦੇ ਆ ਜਾਂ ਧੋਤੀ ਲਾਉਂਦੇ ਆ ਤਾਂ ਉਹ ਇਹਨਾਂ ਨੂੰ ਬਾਕੀ ਸਾਰਿਆਂ ਨੂੰ ਕਹਿ ਦਿੱਤਾ ਵੀ ਕਿਸੇ ਨੇ ਧੋਤੀ ਨਹੀਂ ਲਾਉਣੀ, ਚਾਦਰਾ ਨਹੀਂ ਲਾਉਣਾ। ਇਹਨਾਂ ਨੂੰ ਨਹੀਂ ਕਹਿੰਦੇ ਕਦੇ। ਇਹਨਾਂ ਨੂੰ ਇਹ ਵੀ ਨਹੀਂ ਕਹਿੰਦੇ ਵੀ ਤੇੜ ਕਛਹਿਰਾ, ਇਹ ਤਾਂ ਚਾਦਰਾ ਰੱਖਦੇ ਆ ਸਰੀਰ ਦੇ ਉੱਤੇ। ਤੇ ਗੋਡਿਆਂ ਤੱਕ ਜਿਹੜਾ ਲੰਮਾ ਕਛਹਿਰਾ ਉਹ ਵੀ ਨਹੀਂ ਇਹ ਧਾਰਨ ਕਰਦੇ। ਐਸਾ ਕਿਉਂ? ਨਾ ਇਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਖੰਡੇ ਦੀ ਪੌਲ ਛਕੋ। ਬੂਜਨ ਸਮੋ ਜਾਨ ਕਰ ਤਬੇ। ਮਨ 'ਚ ਬੜੀ ਵਿਚਾਰ ਚੱਲਿਆ ਕਰੇ ਸਿੰਘਾਂ ਦੇ। ਅੱਜ ਉਹਨਾਂ ਨੂੰ ਮੌਕਾ ਮਿਲ ਗਿਆ ਵੀ ਅੱਜ ਭਾਈ ਸਾਹਿਬ ਵੀ ਕੋਲ ਬੈਠੇ ਆ ਤੇ ਕਲਗੀਧਰ ਜੀ ਨਾਲ ਕਰੀਏ ਇਸ ਵਿਸ਼ੇ ਤੇ ਗੱਲ। ਬੋਲੇ ਸਿੰਘ ਬੰਦ ਕਰ ਸਬੇ। ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿਣ ਲੱਗੇ, ਰੱਬ ਜੀ ਗੁਰ ਕਰਕੇ ਪ੍ਰਧਾਨ। ਕਹਿਣ ਲੱਗੇ ਮਹਾਰਾਜ ਭਾਈ ਰਾਮ ਕੁਇਰ ਸਾਹਿਬ ਗੁਰੂ ਘਰ ਦੇ ਮੁਖੀ ਸਿੱਖਾਂ 'ਚੋਂ ਨੇ। ਪ੍ਰਧਾਨ ਦਾ ਮਤਲਬ ਮੁਖੀ ਸਿੱਖ, ਆਗੂ ਸਿੱਖਾਂ ਵਿੱਚੋਂ ਹਨ। ਸ੍ਰੀ ਮੁਖ ਮਹਿਮਾ ਕਰੋ ਬਖਾਨ। ਤੇ ਤੁਸੀਂ ਮਹਾਰਾਜ ਜੀ ਆਪ ਇਹਨਾਂ ਦੀ ਮਹਿਮਾ ਕਰਦੇ ਹੋ ਭਾਈ ਰਾਮ ਕੁਇਰ ਜੀ ਦੀ। ਖੁਸ਼ੀ ਵਿਸਾਲੇ ਆਪ ਕੀ ਹੋਵੇ। ਇਹਦੇ ਤੇ ਇਹਨਾਂ ਤੇ ਤੁਹਾਡੀ ਬੜੀ ਖੁਸ਼ੀ ਹੈ। ਇਹ ਪੀ ਸਰਬ ਰੀਤ ਕੋ ਜੋਵੇ। ਤੇ ਭਾਈ ਸਾਹਿਬ ਵੀ ਸਰਬ ਰੀਤੀ ਨਾਲ ਇੱਥੇ ਮਰਿਆਦਾ ਵੇਖਦੇ ਨੇ। ਰਾਮ ਕੁਇਰ ਜੀ ਸਿੱਖ ਵਿਸ਼ੇਸ਼। ਭਾਈ ਰਾਮ ਕੁਇਰ ਜੀ ਵਿਸ਼ੇਸ਼ ਸਿੱਖ ਨੇ। ਕਿਉ ਨੇ ਧਾਰਤ ਹੈ ਸਿਰ ਕੇ। ਮਹਾਰਾਜ ਜੀ ਇਹਨਾਂ ਨੂੰ ਖੰਡੇ ਦੀ ਪੌਲ ਛਕਣ ਨੂੰ ਕਿਉਂ ਨਹੀਂ ਕਹਿੰਦੇ? ਕਿਉਂ ਨਹੀਂ ਖੰਡੇ ਦੀ ਪੌਲ ਛਕਦੇ? ਇਹ ਸਭ ਕੇ ਮਨ ਸੰਸੈ ਰਹੇ। ਇਹ ਸੰਸਾ ਸਾਡੇ ਸਾਰਿਆਂ ਦੇ ਮਨਾਂ ਵਿੱਚ ਹੈ। ਸਕਲ ਖਾਲਸਾ ਉੱਤਰ ਚਾਹੇ। ਮਹਾਰਾਜ ਖਾਲਸਾ ਉੱਤਰ ਚਾਹੁੰਦਾ ਹੈ। ਬਾਕੀ ਸਾਰਿਆਂ ਨੂੰ ਹੁਕਮ ਤੇ ਰਾਮ ਕੁਇਰ ਨੂੰ ਕਿਉਂ ਨਹੀਂ ਕਹਿੰਦੇ ਆਪ ਜੀ? ਇਹਨਾਂ ਨੂੰ ਕਿਉਂ ਨਹੀਂ ਆਖਦੇ ਖੰਡੇ ਦੀ ਪੌਲ ਛਕ ਕੇ ਰਹਿਤ ਰੱਖਣ ਨੂੰ? ਦਇਆ ਸਿੰਧ ਸੁਨ ਕੈ ਸਭ ਬੈਨ। ਸਿੰਘਾਂ ਦੇ ਬਚਨ ਸੁਣ ਕੇ ਭਾਵੇਂ ਹੱਸਦਿਆਂ ਕਹੇ ਨੇ ਸਿੰਘਾਂ ਨੇ, ਕੋਈ ਈਰਖਾ ਬਸ ਨਹੀਂ ਕਿਹਾ ਇਹ ਬਚਨ।
ਅਸੀਂ ਸਾਰੇ ਸ਼ਸਤਰ ਧਾਰੀ, ਇਹਨਾਂ ਨੂੰ ਤੁਸੀਂ ਕਹਿੰਦੇ ਨਹੀਂ ਸ਼ਸਤਰ ਧਾਰਨ ਕਰਨ ਨੂੰ, ਨਾ ਖੰਡੇ ਦੀ ਪੌਲ ਛਕਣ ਨੂੰ। ਮਹਾਰਾਜ ਜੀ ਨੇ ਜਦੋਂ ਬਚਨ ਸੁਣੇ, ਰਾਮ ਕੋਇਰ ਕੀ ਦਿਸ਼ ਕਰ ਨੈਣ, ਭਾਈ ਸਾਹਿਬ ਵੱਲ ਮਹਾਰਾਜ ਜੀ ਨੇ ਵੇਖਿਆ, ਵਿਕਸਤ ਸ਼੍ਰੀ ਮੁਖ ਬਾਕ ਬਖਾਨੇ। ਮਹਾਰਾਜ ਜੀ ਹੱਸਦਿਆਂ ਹੋਇਆਂ ਬੋਲੇ, ਕਲਗੀਧਰ ਜਦੋਂ ਹੱਸਦੇ ਤੇ ਮੂੰਹ ਚ ਮੋਤੀ ਘਿਰਦੇ ਆ ਮਹਾਰਾਜ ਜੀ ਦੇ, ਹੱਸਦਿਆਂ ਹੋਇਆਂ ਬੋਲੇ, ਉਚਿਤ ਕੇਸ਼ ਰਖ ਬੇਸਿਖ ਜਾਣੇ। ਮਹਾਰਾਜ ਜੀ ਕਹਿੰਦੇ ਹਰ ਇੱਕ ਸਿੱਖ ਵਾਸਤੇ ਕੇਸਾ ਧਾਰੀ ਹੋਣਾ ਜ਼ਰੂਰੀ ਹੈ। ਇਸਕੇ ਸਿਰ ਪਰ ਪੀ ਵੱਡ ਕੇਸ, ਕਹਿੰਦੇ ਇਹਦੇ ਸਿਰ ਤੇ ਵੀ ਵੱਡੇ ਕੇਸ ਹਨ, ਨਿਤ ਅੰਤਰ ਕੋ ਵਧੈ ਵਿਸ਼ੇਸ਼। ਪਰ ਤੁਹਾਨੂੰ ਉੱਪਰਲੇ ਉੱਪਰ ਨਹੀਂ ਵਧਦੇ ਦਿਸਦੇ, ਇਹਦੇ ਕੇਸ ਅੰਦਰ ਨੂੰ ਵੀ ਵਧਦੇ ਹਨ, ਉਹ ਨਿਤ ਵਧਦੇ ਨੇ, ਯਾਨੀ ਕਿ ਬਜ਼ੁਰਗੀ ਇਹਨਾਂ ਦੇ ਅੰਦਰ ਆ ਰਹੀ ਹੈ। ਬਜ਼ੁਰਗੀ ਜਿਹੜੀ ਆ, ਸਿਆਣਪ ਗਿਆਨ ਦੀ, ਉਹ ਇਹਨਾਂ ਦੇ ਅੰਦਰ ਵੱਧ ਰਿਹਾ ਹੈ। ਅਪਰਨ ਕੇ ਸਿਰ ਉੱਪਰ ਬਾਹਿਰ, ਕਹਿੰਦੇ ਬਾਕੀਆਂ ਦੇ ਸਿਰ ਦੇ ਉੱਪਰ ਬਾਹਰ ਦਿਸਦੇ ਨੇ, ਸਭ ਕੇ ਸਕਲ ਬਿਲੋਕਤ ਜ਼ਾਹਰ। ਸਾਰਿਆਂ ਦੇ ਜ਼ਾਹਰੀ ਦਿਸਦੇ ਨੇ, ਪ੍ਰਗਟ ਹੀ ਦਿਸਦੇ ਨੇ, ਇਸਕੇ ਅੰਤਰ ਵਧੈ ਹਮੇਸ਼। ਇਹਦੇ ਅੰਦਰ ਵੱਧਦੇ ਨੇ ਹਮੇਸ਼ਾ। ਜਾਏ ਤਰੇ ਕੋ ਦੀਰਘ ਕੇਸ਼, ਉਹ ਦੀਰਘ ਥੱਲੇ ਨੂੰ। ਹਾਲਾਂਕਿ ਇਹ ਮਹਾਰਾਜ ਜੀ ਨੇ ਇਹ ਨਹੀਂ ਕਿਹਾ ਭਾਈ ਸਾਹਿਬ ਵੀ ਅੰਮ੍ਰਿਤ ਛਕਣ, ਉਹਨਾਂ ਨੂੰ ਹਦਾਇਤ ਨਹੀਂ ਕੀਤੀ, ਉਹ ਤਾਂ ਆਪ ਤੁਰਿਆ ਚ ਪਹੁੰਚੇ ਹੋਏ ਨੇ। ਪਰ ਬਾਅਦ ਚ ਭਾਈ ਸਾਹਿਬ ਨੇ ਵੀ, ਜਦੋਂ ਮਹਾਰਾਜ ਜੀ ਦਾ ਹੁਕਮ ਸਾਰੇ ਸਿੰਘਾਂ ਲਈ ਹੁੰਦਾ ਸੀ, ਤੇ ਭਾਈ ਰਾਮ ਕੁਇਰ ਸਾਹਿਬ ਨੇ ਵੀ ਗੁਰੂ ਕਲਗੀਧਰ ਦੇ ਹੱਥੋਂ ਖੰਡੇ ਦੀ ਪੌਲ ਛਕ ਕੇ ਰਾਮ ਕੁਇਰ ਤੋਂ ਭਾਈ ਗੁਰਬਖਸ਼ ਸਿੰਘ ਇਹਨਾਂ ਦਾ ਨਾਮ ਸਿੰਘਾਂ ਵਿੱਚ ਪ੍ਰਗਟ ਹੋਇਆ। ਪਰ ਉਸ ਵੇਲੇ ਮਹਾਰਾਜ ਜੀ ਨੇ, ਜੇ ਸਿੰਘਾਂ ਨੇ ਸ਼ਿਕਾਇਤ ਹੀ ਇੱਕ ਹਿਸਾਬ ਦਾ ਸ਼ਿਕਾਇਤ ਵਾਲੀ ਗੱਲ ਸੀ, ਭਾਈ ਸਾਹਿਬ ਦੇ ਉੱਤੇ ਮਹਾਰਾਜ ਜੀ ਨੇ ਦੋਸ਼ ਨਹੀਂ ਲਾਇਆ ਵੀ ਇਹ ਕਿਉਂ ਨਹੀਂ ਛਕਦੇ। ਮਹਾਰਾਜ ਜੀ ਕਹਿੰਦੇ ਬਈ ਇਹਨਾਂ ਦੇ ਤਾਂ ਅੰਦਰ ਵੱਧ ਰਹੇ ਨੇ ਕੇਸ, ਇਹਨਾਂ ਦੇ ਤੇ ਅੰਦਰ ਉਹ ਰਹਿਣੀ ਬਹਿਣੀ ਬਣੀ ਹੋਈ ਹੈ। ਕਿਮ ਬਿਨ ਕੇਸ ਰਹੇ ਏ ਸਿੱਖ, ਇਹ ਸਿੱਖ ਨੇ, ਇਹ ਕੇਸਾਂ ਬਿਨਾਂ ਕਿਵੇਂ ਰਹਿ ਸਕਦੇ ਨੇ। ਕਬਹੂ ਕੈ ਰੱਖੇ ਸਿੰਘ ਭਵਿੱਖ, ਭਵਿੱਖ ਵਿੱਚ ਇਹ ਵੀ ਉਹ ਮਰਿਆਦਾ ਰੱਖ ਲੈਣਗੇ ਜਿਹੜੇ ਤੁਸੀਂ ਕਹਿੰਦੇ ਹੋ। ਭਰਮਿਓ ਜਬ ਤੇ ਲੱਜਤ ਰਹੇ। ਭਾਈ ਸਾਹਿਬ ਦੇ ਮਨ 'ਚ ਜਦੋਂ ਦਾ ਭਰਮ ਪਿਆ ਸੀ ਨਾ, ਉਦੋਂ ਦੇ ਇੰਨੇ ਸ਼ਰਮਿੰਦਾ ਰਹਿੰਦੇ ਆ ਮਹਾਰਾਜ ਜੀ ਦੇ ਸਾਹਮਣੇ ਵੀ ਅੱਖਾਂ ਚੱਕ ਕੇ ਨਹੀਂ ਵੇਖਦੇ ਉੱਪਰ, ਸਿਰ ਨੀਵਾਂ, ਕਿਸੇ ਸਿੰਘ ਵੱਲ ਵੀ ਨਹੀਂ ਤੱਕਦੇ ਭਾਈ ਸਾਹਿਬ ਮਨ 'ਚ। ਹਾਲਾਂਕਿ ਇਸ ਗੱਲ ਦਾ ਜਾਂ ਗੁਰੂ ਪਾਤਸ਼ਾਹ ਨੂੰ ਪਤਾ ਜਾਂ ਭਾਈ ਸਾਹਿਬ ਨੂੰ ਪਤਾ, ਬਾਕੀ ਕਿਸੇ ਸਿੰਘ ਨੂੰ ਨਹੀਂ ਪਤਾ। ਪਰ ਭਾਈ ਸਾਹਿਬ ਦਾ ਮਨ ਜਦੋਂ ਦਾ ਭਰਮਿਆ ਹੋਇਆ ਸੀ ਨਾ, ਭਰਮ ਤਾਂ ਨਿਕਲ ਗਿਆ, ਪਰ ਸ਼ਰਮਿੰਦਾ ਇੰਨੇ ਨੇ ਕਿ ਉਸ ਦਿਨ ਤੋਂ ਭਾਈ ਸਾਹਿਬ ਜੀ ਸਿਰ ਨੇ ਉੱਚਾ ਚੁੱਕਦੇ। ਤਿਸ ਕੇ ਉਰ ਕੀ ਸ਼੍ਰੀ ਗੁਰ ਲਾਏ। ਮਹਾਰਾਜ ਜੀ ਜਾਣਦੇ ਨੇ ਵੀ ਭਾਈ ਸਾਹਿਬ ਦੇ ਅੰਦਰ ਬੜਾ ਹੀ ਪਛਤਾਵਾ, ਕਿਸੇ ਨਿਰਮਲ ਆਤਮਾ ਹਿਰਦੇ ਵਿੱਚ ਜਦੋਂ ਕਿਤੇ, ਹਾਲਾਂਕਿ ਤੁੱਛ ਜਿਹਾ ਸ਼ੰਕਾ ਸੀ, ਇੰਨਾ ਕੁ ਵੀ ਹੋ ਜਾਏ ਨਾ, ਉਹ ਬੜਾ ਪਛਤਾਉਂਦਾ। ਉਹ ਮਨਾ, ਆਹ ਕਿੱਦਾਂ ਦਾ ਸ਼ੰਕਾ ਕਰ ਲਿਆ ਤੂੰ, ਆਹ ਕਿੱਦਾਂ ਦਾ ਖਿਆਲ ਕਰ ਲਿਆ। ਨਿਰਮਲ ਆਤਮਾ, ਜਿਨ੍ਹਾਂ ਦੀ ਆਤਮਾ ਹੀ ਇੰਨੀ ਮਲੀਨ ਹੋ ਰਹੀ ਹੈ, ਉਹ ਤਾਂ ਵੱਡੇ ਵੱਡੇ ਸ਼ੰਕੇ, ਵੱਡੇ ਵੱਡੇ ਕਿੰਤੂ ਕਰ ਲੈਣ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ, ਉਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ। ਹਿਰਦੇ ਇੰਨੇ ਪੱਥਰ ਵਰਗੇ ਹੁੰਦੇ, ਉਹਨਾਂ ਨੂੰ ਕੋਈ ਪਛਤਾਵਾ ਨਹੀਂ ਹੁੰਦਾ। ਭਾਈ ਸਾਹਿਬ ਨੂੰ ਬੜਾ ਪਛਤਾਵਾ ਹੈ। ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਵੇਖਦੇ ਭਾਈ ਸਾਹਿਬ ਵੱਲ, ਇਸ ਕਾਰਨ ਤੇ ਪੁੱਜ ਗਏ ਪਾਨੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ ਵੇਖਿਆ ਵੀ ਭਾਈ ਸਾਹਿਬ ਸਿਰ ਨੀਵਾਂ ਜਿਹਾ ਕਰੀ ਬੈਠੇ। ਮਹਾਰਾਜ ਜੀ ਨੇ ਬਾਂਹ ਫੜੀ ਭਾਈ ਸਾਹਿਬ ਦੀ, ਭਾਈ ਰਾਮ ਕੁਇਰ ਸਾਹਿਬ ਦੀ ਬਾਂਹ ਫੜ ਕੇ, ਸਬਨ ਵਿਖੇ ਮੁਖ ਮధుਰ ਬਖਾਨੀ। ਬਾਂਹ ਫੜ ਕੇ ਏਦਾਂ ਚੁੱਕੀ ਉੱਪਰ, ਭਾਈ ਰਾਮ ਕੁਇਰ ਜੀ ਦੀ ਬਾਂਹ ਫੜੀ ਤੇ ਏਦਾਂ ਚੁੱਕੀ ਉੱਤੇ, ਸਾਰੇ ਸਿੰਘਾਂ ਵਿੱਚ ਬੋਲੇ, ਮੋਹੇ ਸਰੂਪ ਆਏ ਸੋ ਤੇਰੋ, ਆਹਾ ਤੇਰੋ ਆਹੇ ਸੋ ਜਾਨੋ ਮੇਰੋ। ਬਾਂਹ ਚੁੱਕ ਕੇ ਤਾਂ ਨੂੰ ਭਾਈ ਰਾਮ ਕੁਇਰ ਜੀ ਦੀ ਕਹਿੰਦੇ, ਇਹ ਮੇਰਾ ਸਰੂਪ ਤੇਰਾ ਸਰੂਪ ਹੈ ਔਰ ਤੇਰਾ ਸਰੂਪ ਮੇਰਾ ਸਰੂਪ ਹੈ। ਇਹ ਨੇ ਮੇਰੇ ਸਾਹਿਬ ਗਰੀਬਾਂ ਨੂੰ ਨਿਵਾਜਣ ਵਾਲੇ, ਮਾਥਾ ਛਤਰ ਧਰੈ ਨੀਚੇ ਊਚ ਕਰੈ ਮੇਰਾ ਗੋਬਿੰਦ। ਇਹੋ ਜਿਹੇ ਦਿਆਲੂ ਨੇ, ਇਹੋ ਜਿਹੇ ਕਿਰਪਾਲੂ ਨੇ। ਬਾਂਹ ਫੜ ਕੇ ਸਾਰੇ ਸਿੰਘਾਂ ਵਿੱਚ ਮਹਾਰਾਜ ਜੀ ਕਹਿੰਦੇ ਆ, ਤੇਰਾ ਸਰੂਪ ਮੇਰਾ ਹੈ, ਮੇਰਾ ਸਰੂਪ ਤੇਰਾ ਹੈ। ਹਾਂਜੀ, ਤੋਹੇ ਮੋਏ ਮੈਂ ਭੇਦ ਨ ਕੋ, ਏਕ ਰੂਪ ਕੇ ਤਨ ਦੋ। ਕਿਉਂਕਿ
ਕਿ ਵਾਕਈ ਹੁਣ ਉਸ ਪਦਵੀ ਤੇ ਪਹੁੰਚ ਗਏ ਨੇ ਭਾਈ ਸਾਹਿਬ ਸਿਖਰ ਤੇ, ਜਿਹੜੀ ਕੋਈ ਮਾੜੀ ਮੋਟੀ ਕਮੀ ਪੇਸ਼ੀ ਸੀ ਕੱਢ ਦਿੱਤੀ ਕਲਗੀਧਰ ਨੇ। ਤੇ ਹੁਣ ਕਹਿੰਦੇ ਆ ਤੁਸੀਂ ਮੇਰੇ ਵਿੱਚ ਅਭੇਦ ਹੋ ਗਏ ਹੋ, ਤੁਹਾਡੇ ਵਿੱਚ ਤੇ ਮੇਰੇ 'ਚ ਕੋਈ ਭੇਦ ਨਹੀਂ। ਫਰਕ ਇੰਨਾ ਕਿ ਹੁਣ ਸਰੀਰ ਦੋ ਰਹਿ ਗਏ ਨੇ, ਅੰਦਰ ਰੂਹ ਇੱਕ ਹੋ ਚੁੱਕੀ ਹੈ। ਹਾਂਜੀ, ਹਰ ਹਰ ਜਨ ਦੁਐ ਇਕ ਜੈਸੇ, ਸ਼੍ਰੀ ਗੁਰ ਗੁਰ ਸਿੱਖ ਲਖੀਐ ਤੈਸੇ। ਜੈਸੇ ਹਰੀ ਤੇ ਹਰੀ ਦੇ ਜਨ ਦੋਵੇਂ ਇੱਕ ਮਿਕ ਹੁੰਦੇ, ਹਰ ਹਰ ਜਨ ਦੋਏ ਇੱਕ ਹੈ। ਬਿਬ ਵਿਚਾਰ ਕਿਛ ਕਛ ਨਾਹਿ, ਜਲ ਤੇ ਉਪਜਤ ਰੰਗ ਜਿਉ। ਜਲ ਹੀ ਵਿਖੈ ਸਮਾਹੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਕਨਕ ਕਟਕ ਜਲ ਤਰੰਗ ਜੈਸਾ, ਜੋ ਪੈ ਹਮ ਨਾ ਪਾਪ ਕਰੰਤਾ। ਅਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ। ਫਰਕ ਨਹੀਂ ਰਿਹਾ, ਹੁਣ ਇੱਕ ਮਿਕ ਹੋ ਗਏ। ਕਹਿੰਦੇ ਤੁਸੀਂ ਤੇ ਮੈਂ ਹੁਣ ਇੱਕ ਮਿਕ ਹੋ ਗਏ, ਗੁਰੂ ਤੇ ਸਿੱਖ ਦੋਵੇਂ ਇੱਕ ਮਿਕ ਹੋ ਗਏ। ਭੇਦ ਲਖਤ ਜੇ ਇਨ ਮਾਈ, ਜਿਹੜਾ ਗੁਰੂ ਸਿੱਖ ਤੇ ਸਿੱਖ ਗੁਰੂ ਵਿੱਚ ਭੇਦ ਸਮਝਦਾ, ਪਰਮ ਰਹੱਸ ਸੋ ਜਾਣੇ ਉਹ ਇਸ ਪਰਮ ਰਹੱਸ ਨੂੰ ਨਹੀਂ ਸਮਝ ਸਕਦਾ। ਤੁਮ ਸਿੱਖਨ ਕੇ ਹੋ ਸਿਰ ਮੋਰ, ਭਾਈ ਰਾਮ ਕੁਇਰ ਜੀ ਤੁਸੀਂ ਸਿੱਖਾਂ ਵਿੱਚ ਸਿਰਮੌਰ ਹੋ। ਸਮਤਾ ਪਹੁੰਚ ਨ ਸਕੇ ਹੈ ਔਰ, ਹੋਰ ਤੁਹਾਡੀ ਸਮਤਾ ਨਹੀਂ ਕੋਈ ਕਰ ਸਕਦਾ। ਸਦ ਏਕ ਰਸ ਗਿਆਨ ਆਨੰਦ, ਤੁਸੀਂ ਗਿਆਨਾਨੰਦ ਵਿੱਚ ਸਦਾ ਇੱਕ ਰਸ ਹੋ। ਤੁਰਿਆ ਮੈਂ ਥਿਰਤਾ ਜਗ ਬੰਦ, ਤੁਰਿਆ ਪਦ ਵਿੱਚ ਥਿਰ ਹੋ, ਸਾਰੇ ਜਗਤ ਦੇ ਬੰਦਨੀਏ ਹੋ। ਇਸ ਪ੍ਰਕਾਰ ਕੈ ਬਹੁ ਵਡਿਆਈ, ਸਕਲ ਖਾਲਸੇ ਵਿਖੇ ਸੁਨਾਈ। ਏਦਾਂ ਭਾਈ ਰਾਮ ਕੁਇਰ ਜੀ ਦੀ ਵਡਿਆਈ ਕਰਕੇ ਖਾਲਸੇ 'ਚ ਮਹਾਰਾਜ ਜੀ ਨੇ ਸੁਣਾਈ। ਔਰ ਭਾਈ ਸਾਹਿਬ ਨੇ ਵੀ ਬਾਅਦ ਵਿੱਚ ਮਹਾਰਾਜ ਜੀ ਕੋਲੋਂ ਖੰਡੇ ਦੀ ਪੌਲ ਛਕੀ, ਔਰ ਖੰਡੇ ਦੀ ਪੌਲ ਛਕ ਕੇ ਗੁਰਬਖਸ਼ ਸਿੰਘ ਇਹਨਾਂ ਦਾ ਨਾਮ ਪ੍ਰਸਿੱਧ ਹੋਇਆ। ਗੁਰੂ ਘਰ ਦੇ ਇਸ ਮਹਾਨ ਸੇਵਕ ਬ੍ਰਹਮ ਗਿਆਨੀ ਭਾਈ ਰਾਮ ਕੁਇਰ ਸਾਹਿਬ ਜੀ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਹਰ ਹਰ ਜਨ ਦੋਏ ਏਕ ਹੈ, ਹਰ ਹਰ ਜਨ ਦੋਏ ਏਕ ਹੈ। ਹਰ ਹਰ ਜਨ ਦੋਏ ਏਕ ਹੈ, ਹਰ ਹਰ ਜਨ ਦੋਏ ਏਕ ਹੈ। ਹਰ ਹਰ ਜਨ ਦੋਏ ਏਕ ਹੈ, ਹਰ ਹਰ ਜਨ ਦੋਏ ਏਕ ਹੈ। ਹਰ ਹਰ ਜਨ ਦੋਏ ਏਕ ਹੈ, ਹਰ ਹਰ ਜਨ ਦੋਏ ਏਕ ਹੈ। ਬਿਬ ਵਿਚਾਰ ਕਛ ਨਾਹਿ, ਬਿਬ ਵਿਚਾਰ ਕਿਛ ਨਾਹਿ। ਵਿਚਾਰ ਕਛ ਨਾਹੀ, ਬਿਬ ਵਿਚਾਰ ਕਛ ਨਾਹੀ। ਜਲ ਤੇ ਉਪਜਤ ਰੰਗ ਜਿਉ, ਜਲ ਤੇ ਉਪਜਤ ਰੰਗ ਜਿਉ। ਜਲ ਤੇ ਉਪਜਤ ਰੰਗ ਜਿਉ, ਜਲ ਤੇ ਉਪਜਤ ਰੰਗ ਜਿਉ। ਜਲ ਹੀ ਬਿਖੈ ਸਮਾਏ, ਜਲ ਹੀ ਬਿਖੈ ਸਮਾਏ। ਜਲ ਹੀ ਬਿਖੈ ਸਮਾਏ, ਜਲ ਹੀ ਬਿਖੈ ਸਮਾਏ। ਵਾਹਿਗੁਰੂ 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 ਵਾਹਿਗੁਰੂ। ਹੇ
ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ हे गोविंद है गुण निधान ਜਾਂ ਕੇ ਸਦਾ ਬਬੇਕ हे अपरंपर हर हरे ਐ ਪੀਓ ਵਣਿਹਾਰ हे संत कै सदा संग ਨਿਧਾਰਾ ਆਧਾਰ हे ठाकुर हो दासरो ਮੈਂ ਨਿਰਗੁਣ ਗੁਣ ਨਹੀਂ ਕੋਏ नानक दीजै नाम दान ਰਾਖੋ ਈਐ ਪਰੋਏ आए प्रभ शरणागति ਕਿਰਪਾ ਨਿਧ ਦਿਆਲ एक अखर हर मन बस्त ਨਾਨਕ ਓਤ ਨਿਹਾਲ वाहिगुरु नाम जहाज है ਜੜੇ ਸੋਤਰੇ ਪਾਰ जो शरदा कर सेवंदे ਗੁਰ ਪਾਰੇ ਉਤਾਰ ਨਿਆਰ वाहिगुरु नाम जहाज है ਜੜੇ ਸੋਤਰੇ ਪਾਰ जो शरदा कर सेवंदे ਗੁਰ ਪਾਰੇ ਉਤਾਰ ਨਿਆਰ वाहिगुरु जी का खालसा वाहिगुरु जी की फतेह।